ਜਦੋਂ ਸਮਾਂ ਸ਼ੁਰੂ ਹੋਇਆ ਤਾਂ 80 ਰੁਪਿਆਂ ਦੇ ਉਧਾਰ ਰੀਲਾਂ ਲੈ ਕੇ ਧਾਗੇ ਲੈ ਕੇ ਉਹਨਾਂ ਨੇ ਕੰਮ ਸ਼ੁਰੂ ਕੀਤਾ। ਅੱਜ ਮੁਕਾਮ ਹੈ ਪ੍ਰਧਾਨ ਮੰਤਰੀ ਮੋਦੀ ਨੂੰ ਮਿਲਦੇ ਨੇ, ਉਹਨਾਂ ਦਾ ਪੋਰਟਰੇਟ ਗਿਫਟ ਕਰਦੇ ਨੇ। ਇਸ ਤੋਂ ਇਲਾਵਾ ਰਾਸ਼ਟਰਪਤੀ ਨਾਲ ਮੁਲਾਕਾਤ, ਵਰਲਡ ਰਿਕਾਰਡ ਉਹਨਾਂ ਦੇ ਨਾਮ ਨੇ। ਮਤਲਬ ਜੇ ਆਪਾਂ ਰਿਕਾਰਡ ਦੀ ਗੱਲ ਕਰਨ ਲੱਗੀਏ ਤਾਂ ਕੋਈ ਮੈਨੂੰ ਲੱਗਦਾ ਅਸੀਂ ਬੋਲਦੇ ਬੋਲਦੇ ਵੀ ਥੱਕ ਜਾਾਂਗੇ, ਜਿੰਨੇ ਰਿਕਾਰਡ ਉਹਨਾਂ ਦੇ ਨਾਮ ਨੇ। ਬੰਦੇ ਦੇ ਮਨ ਦੇ ਵਿੱਚ ਆਂਦਾ ਹੁੰਦਾ ਕਿ ਅਗਰ ਮੈਂ ਕੁਝ ਐਸਾ ਕੰਮ ਬਣਾਵਾਂ ਕਿ ਜਿਹੜਾ ਦੂਜਾ ਬੰਦਾ ਨਾ ਕਰ ਪਾਵੇ, ਐਸਾ ਕੁਝ ਕਰਾਂ। ਰੋਜ਼ ਕੋਈ ਨਾ ਕੋਈ ਨਵੀਂ ਚੀਜ਼ ਬਣਾਣੀ, ਲੋਗੋਸ ਬਣਾਣੇ, ड्रेसा बनानियां, अचकन बनानी, शेरवानीज बनानियां, ब्याह दियां, वो कोई बनांदा नहीं है। ਤੁਸੀਂ ਜਦੋਂ ਪ੍ਰਧਾਨ ਮੰਤਰੀ ਮੋਦੀ ਨੇ ਉਹਨਾਂ ਦੇ ਨਾਲ ਮੁਲਾਕਾਤ ਕੀਤੀ, ਮੁਲਾਕਾਤ ਤੋਂ ਬਾਅਦ ਕਿਉਂਕਿ ਤੁਸੀਂ ਪਹਿਲਾਂ ਕਹਿ ਚੁੱਕੇ ਸੀ ਵੀ ਲੱਭਦਾ ਲੱਭ ਲਓ ਮੇਰੇ ਨਾਲ ਦਾ, ਹਨਾ, ਪਰ ਉਹ ਨਹੀਂ ਲੱਭਿਆ, ਫਿਰ ਤੁਹਾਡੇ ਕੋਲੇ ਮੁੜ ਕੇ ਆਏ ਵੀ ਨਹੀਂ ਲੱਭਿਆ। ਪਰ ਉਹ ਮੁਲਾਕਾਤ ਕਿਸ ਤਰ੍ਹਾਂ ਦੀ ਰਹੀ? ਉਹਨੇ ਤਾਂ ਬਸ ਵੈਸੇ ਇੱਕ ਲੈਟਰ ਪਾਈ ਸੀ ਕਿ ਮੈਂ ਤੁਹਾਡੀ ਪਿਕਚਰ ਬਣਾਈ ਹੈ, ਮੈਂ ਦੇਣਾ ਚਾਹਨਾ ਤੇ ਮੈਂ ਅਗਰ ਮੇਰੇ ਨਾਲ ਦਾ ਕੋਈ ਹੋਰ ਬਣਾਉਂਦਾ, ਇੰਡੀਆ ਛੱਡੋ ਬਾਹਰ ਵੀ ਸਰਚ ਕਰ ਸਕਦਾ, ਅਗਰ ਕੋਈ ਬਣਾਉਂਦਾ ਤਾਂ ਮੈਨੂੰ ਨਾ ਮਿਲੇ। ਜਿਸ ਦਿਨ ਮੈਨੂੰ ਫੋਨ ਆਇਆ ਉਸ ਦਿਨ ਵੀ ਮੈਂ ਕਿਤੇ ਇੱਕ ਜਗ੍ਹਾ ਤੇ ਕੋਈ ਮੇਲਾ ਲੱਗਿਆ ਪਿਆ ਸੀ ਦਰਗਾਹ ਦਾ, ਮੈਂ ਉੱਥੇ ਘੁੰਮ ਰਿਹਾ ਸੀ। ਅੱਛਾ, ਉੱਥੇ ਸਪੀਕਰ ਵੱਜ ਰਿਹਾ ਸੀ ਉੱਚੀ ਉੱਚੀ, ਵਿੱਚ ਫੋਨ ਆ ਰਿਹਾ ਅਨਨੋਨ ਨੰਬਰ ਤੋਂ, ਆਹੀ ਮੋਬਾਈਲ ਸੀ। ਅਨਨੋਨ ਨੰਬਰ ਤੋਂ ਫੋਨ ਆ ਰਿਹਾ, ਮੈਂ ਚੱਕਿਆ, ਮੈਂ ਅਨਨੋਨ ਨੰਬਰ, ਮੈਂ ਕਾਲ ਕਰੀ, ਕਹਿੰਦੇ ਮਿਸਟਰ ਅਰੁਣ ਬਜਾਜ। ਮੈਂ ਕਿਹਾ ਜੀ, ਕਹਿੰਦੀ ਤੁਹਾਡੇ ਸਵੇਰੇ ਪੀਐਮ ਸਾਹਿਬ ਨਾਲ ਮੀਟਿੰਗ ਹੈ। ਬਸ ਜੀ ਉਸ ਤੋਂ ਬਾਅਦ ਉਹਨਾਂ ਨੇ ਪੀਐਮ ਸਾਹਿਬ ਨਾਲ ਮਿਲੇ, ਮੈਨੂੰ ਬੜਾ ਵਧੀਆ ਰਿਹਾ, ਅੱਛੀ ਮੇਰੀ ਰਿਸਪੈਕਟ ਕਰੀ, ਕਿਵੇਂ ਕੰਮ ਕਰਿਆ, ਕਿੱਦਾਂ ਇਹ ਫਾਦਰ ਸਾਹਿਬ ਕਿਵੇਂ ਐਕਸਪਾਇਰ ਹੋਏ, ਉਹਨਾਂ ਨੇ ਮੇਰੀ ਪੂਰੀ ਡਿਟੇਲ ਜਾਣਕਾਰੀ ਲਈ। ਜਿਹੜੇ ਮੈਨੂੰ ਅੱਜ ਉਂਗਲੀ ਕਰਕੇ ਕਹਿੰਦੇ ਨਾ ਕਿ ਤੇਰਾ ਕੁਝ ਨਹੀਂ ਹੋ ਸਕਦਾ, ਕੁਝ ਮੈਂ ਐਸਾ ਕਰਾਂਗਾ ਕਿ ਜਿਹੜੀ ਉਂਗਲੀਆਂ ਕਰ ਰਹੇ ਆ ਇਹਨਾਂ ਦੀਆਂ ਉਂਗਲੀਆਂ ਮੋੜ ਕੇ ਫਿਰ ਮੈਨੂੰ ਕੋਈ ਕਹੇਗਾ ਮਾਸੀ ਦਾ ਮੁੰਡਾ, ਕੋਈ ਕਹੇਗਾ ਚਾਚੇ ਦਾ ਮੁੰਡਾ, ਕੋਈ ਪਛਾਣ ਕੱਢਣਗੇ ਮੈਂ ਐਸਾ ਕੁਝ ਕਰਾਂਗਾ। ਤੁਹਾਡੀਆਂ ਸਰਕਾਰ ਤੋਂ ਉਮੀਦਾਂ ਕੀ ਸੀ ਤੇ ਫਿਰ ਉਹਦੇ ਤੇ ਸਰਕਾਰ ਨੇ ਪੂਰੇ ਉਤਰੇ ਜਾਂ ਬਣੀ ਗੱਲ ਕਿ ਨਹੀਂ ਕੋਈ? ਸਰਕਾਰ ਵੱਲੋਂ ਤਾਂ ਤੁਸੀਂ ਯਕੀਨ ਨਹੀਂ ਮੰਨੋਗੇ, ਸਿਰਫ ਰਿਸਪੈਕਟ ਹੀ ਮਿਲ ਜਾਏ ਇਹੀ ਬਹੁਤ ਆ, ਹੋਰ ਉਹਨਾਂ ਵੱਲੋਂ ਕਦੀ 1 ਰੁਪਿਆ ਨਹੀਂ ਮਿਲਿਆ। ਤੁਸੀਂ ਆਪ ਸੋਚੋ, ਮੈਨੂੰ ਰਾਸ਼ਟਰਪਤੀ ਪੁਰਸਕਾਰ ਮਿਲ ਚੁੱਕਿਆ, ਮੈਨੂੰ ਅਜੇ ਤੱਕ ਸਟੇਟ ਅਵਾਰਡ ਨਹੀਂ ਮਿਲਿਆ, ਮੈਨੂੰ ਪੰਜਾਬ ਸਰਕਾਰ ਨੇ ਕੁਛ ਨਹੀਂ ਦਿੱਤਾ। ਕਿੰਨੀਆਂ ਸਰਕਾਰਾਂ ਬਦਲ ਕੇ ਜਾ ਚੁੱਕੀਆਂ, ਪਹਿਲਾਂ ਅਕਾਲੀ ਆਏ, ਫਿਰ ਕਾਂਗਰਸ ਆਈ, ਹੁਣ ਆਮ ਆਦਮੀ ਪਾਰਟੀ, ਕਿਸੇ ਦੀ ਕੋਈ ਸੁਣਵਾਈ ਨਹੀਂ, ਕੋਈ ਕੁਛ ਨਹੀਂ, ਕੋਈ ਜੌਬ ਨਹੀਂ, ਕੋਈ ਕੁਛ ਨਹੀਂ, ਕੋਈ ਲੈਣਾ ਨਹੀਂ ਦੇਣਾ ਨਹੀਂ। ਉਸ ਤੋਂ ਬਾਅਦ ਵੀ ਚਲੋ ਰਾਸ਼ਟਰਪਤੀ ਜੀ ਨੂੰ ਇਹ ਪਤਾ ਲੱਗ ਗਿਆ ਸਾਰਾ ਕੁਝ, ਤਾਂ ਇੱਕ ਹੁੰਦਾ ਹੀ ਨਾ ਬੰਦਾ, ਚਲੋ ਜੌਬ ਨਹੀਂ ਦੇਣੀ ਵੱਖਰੀ ਗੱਲ, ਕੋਈ ਪ੍ਰਾਈਜ਼ ਮਨੀ ਦੇ ਦਿੰਦਾ ਬੰਦਾ, ਚਲੋ 10 20 25 30 ਲੱਖ ਰੁਪਇਆ। ਕੁਛ ਨਹੀਂ ਜੀ, 25 30 ਲੱਖ ਦਾ 25 30 100 ਨਹੀਂ ਦਿੱਤਾ ਮੈਂ। ਦੇਖੋ ਸੈਂਟਰ ਵਾਲੇ ਕਹਿੰਦੇ ਆ ਜੀ ਤੁਹਾਡੀ ਸਟੇਟ ਕਰੇਗੀ, ਸਾਡੀ ਉੱਥੇ ਸਰਕਾਰ ਨਹੀਂ ਹੈ ਕਿਉਂਕਿ ਉੱਥੇ ਬੀਜੇਪੀ ਹੈ, ਉਰੇ ਹੁਣ ਆਮ ਆਦਮੀ ਪਾਰਟੀ ਹੈ, ਪਹਿਲਾਂ ਉਰੇ ਕਾਂਗਰਸ ਹੈ। ਹੁਣ ਇਹਨਾਂ ਦੇ ਆਪਸ ਦੇ ਰੋਲਿਆਂ ਪਿੱਛੇ ਜਿਹੜਾ ਬੰਦਾ ਮਿਹਨਤ ਕਰਦਾ ਉਹ ਵਿਚਾਰਾ ਪਿੱਛੇ ਜਾਂਦਾ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਫਿਰਦੌਸ ਪੰਜਾਬੀ, ਮੈਂ ਹਾਂ ਪ੍ਰਭ ਸਿੱਧੂ। ਜਿਹੜੀ ਸ਼ਖਸੀਅਤ ਅੱਜ ਸਾਡੇ ਨਾਲ ਨੇ, ਕਾਗਜ਼ਾਂ 'ਚ ਗੱਲ ਕਰੀਏ ਤਾਂ ਉਹਨਾਂ ਦਾ ਨਾਮ ਬਜਾਜ ਸਾਹਿਬ ਕਹਿੰਦੇ ਨੇ, ਪਰ ਜੇ ਦੂਜੇ ਪਾਸੇ ਜਾਈਏ ਤਾਂ ਨੀਡਲਮੈਨ ਦਾ ਜਿਹੜਾ ਖਿਤਾਬ ਹੈ ਲੋਕਾਂ ਨੇ ਉਹਨਾਂ ਨੂੰ ਦਿੱਤਾ। ਨੀਡਲਮੈਨ ਇਸ ਕਰਕੇ ਕਿਉਂਕਿ ਆਪਣੀ ਕਲਾਕਿਰਤੀ ਦੇ ਲਈ ਜਾਣੇ ਜਾਂਦੇ ਨੇ। ਦੁਨੀਆ ਦੇ ਇੱਕੋ ਇੱਕ ਅਜਿਹੇ ਇਨਸਾਨ ਨੇ ਜਿਹੜੇ ਕਿ ਧਾਗਿਆਂ ਦੇ ਨਾਲ ਤੇ ਮਸ਼ੀਨ ਦੇ ਨਾਲ ਪੋਰਟਰੇਟ ਬਣਾਉਂਦੇ ਨੇ। ਜਦੋਂ ਸਮਾਂ ਸ਼ੁਰੂ ਹੋਇਆ ਤਾਂ 80 ਰੁਪਿਆਂ ਦੇ ਉਧਾਰ ਰੀਲਾਂ ਲੈ ਕੇ ਧਾਗੇ ਲੈ ਕੇ ਉਹਨਾਂ ਨੇ ਕੰਮ ਸ਼ੁਰੂ ਕੀਤਾ। ਅੱਜ ਮੁਕਾਮ ਹੈ ਪ੍ਰਧਾਨ ਮੰਤਰੀ ਮੋਦੀ ਨੂੰ ਮਿਲਦੇ ਨੇ, ਉਹਨਾਂ ਦਾ ਪੋਰਟਰੇਟ ਗਿਫਟ ਕਰਦੇ ਨੇ। ਇਸ ਤੋਂ ਇਲਾਵਾ ਰਾਸ਼ਟਰਪਤੀ ਨਾਲ ਮੁਲਾਕਾਤ, ਵਰਲਡ ਰਿਕਾਰਡ ਉਹਨਾਂ ਦੇ ਨਾਮ ਨੇ। ਮਤਲਬ ਜੇ ਆਪਾਂ ਰਿਕਾਰਡ ਦੀ ਗੱਲ ਕਰਨ ਲੱਗੀਏ ਤਾਂ ਕੋਈ ਮੈਨੂੰ ਲੱਗਦਾ ਅਸੀਂ ਬੋਲਦੇ ਬੋਲਦੇ ਵੀ ਥੱਕ ਜਾਾਂਗੇ, ਜਿੰਨੇ ਰਿਕਾਰਡ ਉਹਨਾਂ ਦੇ ਨਾਮ ਨੇ। ਸਭ ਤੋਂ ਪਹਿਲਾਂ ਸਵਾਗਤ ਕਰ ਲੈਂਦੇ ਉਹਨਾਂ ਦਾ। ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ। ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਵੀ ਸਵਾਗਤ ਹੈ ਜੀ। ਅੱਜ ਉਹਨਾਂ ਦੇ ਕੋਲ ਬੈਠੇ ਆ, ਸਟੂਡੀਓ 'ਚ ਬੈਠੇ ਆ, ਤੁਸੀਂ ਦੇਖ ਰਹੇ ਹੋ ਕਿ ਮਸ਼ੀਨ ਦੇ ਉੱਪਰ ਹੀ ਬੈਠੇ ਨੇ ਇਸ ਸਮੇਂ ਵੀ। ਸਰ ਸ਼ੁਰੂਆਤੀ ਦੌਰ ਤਾਂ ਜਿਸ ਤਰ੍ਹਾਂ ਦੇਖਿਆ ਵੀ ਉਧਾਰ ਧਾਗੇ ਲਏ, ਉਸ ਤੋਂ ਬਾਅਦ ਕੰਮ ਸ਼ੁਰੂ ਕੀਤਾ, ਕੰਮ ਐਮਬਰਾਇਡਰੀ ਦਾ ਹੀ ਸ਼ੁਰੂ ਕੀਤਾ, ਪਰ ਸਮਾਂ ਪਰਤਿਆ ਪੋਰਟਰੇਟ 'ਚ ਪੈ ਗਏ। ਜੀ ਜੀ, ਪੋਰਟਰੇਟ 'ਚ ਕਿਸ ਤਰ੍ਹਾਂ ਖਿਆਲ ਆਇਆ ਵੀ ਮੈਂ ਇਹ ਕਰ ਸਕਦਾ? ਦੇਖੋ ਜੀ, ਇੱਕ ਕਹਿੰਦੇ ਨਾ ਜ਼ਿੰਦਗੀ ਦੇ ਵਿੱਚ ਕੁਝ ਐਸੇ ਟਾਈਮ ਆਉਂਦੇ ਹੁੰਦੇ ਜਦੋਂ ਬੰਦਾ ਇਹ ਸੋਚਦਾ ਹੁੰਦਾ ਤੇ ਮੈਂ ਕੁਝ ਹਟ ਕੇ ਕਰਾਂ, ਮੈਂ ਕੁਝ ਹਟ ਕੇ ਕਰਾਂ। ਕਿਉਂਕਿ ਜਿਵੇਂ ਲੋਕ ਐਮਬਰਾਇਡਰੀ ਦਾ ਕੰਮ ਕਰਦੇ ਆ, ਆਪਣੇ ਘਰ ਮਰ ਦਾ ਰੋਜ਼ ਜਿਵੇਂ ਚਲਾ ਰਹੇ ਆ, ਕਿਸੇ ਦਾ 500 ਬਣ ਗਿਆ, ਕਿਸੇ ਦਾ 400 ਬਣ ਗਿਆ, ਕਿਸੇ ਦਾ 1000 ਬਣ ਗਿਆ, ਉਹਦੇ ਨਾਲ ਘਰ ਦੇ ਖਰਚੇ ਚੱਲਣੇ ਆ। ਤੇ ਮੈਨੂੰ ਕੁਝ ਸ਼ੁਰੂ ਤੋਂ ਹੀ ਹੁੰਦਾ ਸੀ ਕਿ ਕੁਝ ਐਦਾਂ ਕਰਕੇ ਕੁਝ ਨਹੀਂ ਬਣਨਾ, ਐਦਾਂ ਕਰਕੇ ਤਾਂ ਫਿਰ ਕਹਿੰਦੇ ਨਾ ਖੂਹ ਦੀ ਮਿੱਟੀ ਖੂਹ ਦੇ ਵਿੱਚ ਹੀ ਲਈ ਜਾਓ, ਉਹ ਵੀ ਚੱਲਦਾ ਰਹੇਗਾ। ਇੱਕ ਬੰਦੇ ਦੇ ਮਨ ਦੇ ਵਿੱਚ ਆਂਦਾ ਹੁੰਦਾ ਕਿ ਅਗਰ ਮੈਂ ਕੁਝ ਐਸਾ ਕੰਮ ਬਣਾਵਾਂ ਕਿ ਜਿਹੜਾ ਦੂਜਾ ਬੰਦਾ ਨਾ ਕਰ ਪਾਵੇ, ਐਸਾ ਕੁਝ ਕਰਾਂ। ਰੋਜ਼ ਕੋਈ ਨਾ ਕੋਈ ਨਵੀਂ ਚੀਜ਼ ਬਣਾਣੀ, ਲੋਗੋਸ ਬਣਾਣੇ, ड्रेसा बनानियां, अचकन बनानी, शेरवानीज बनानियां, ब्याह दियां, वो कोई बनांदा नहीं है।
ਹੈਂਡ ਐਮਬ੍ਰੋਇਡਰੀ ਦੇ ਜਿਹੜੇ ਹੱਥ ਨਾਲ ਕੰਮ ਕਰਦੇ ਸੀ ਉਹ ਮਸ਼ੀਨ ਨਾਲ ਕਨਵਰਟ ਕਰਕੇ ਬਣਾਉਣ ਲੱਗ ਗਿਆ ਸੀ। ਜਿਵੇਂ ਜਰਕਨ ਦਾ ਕੰਮ ਹੁੰਦਾ ਹੈ, ਸਲਮੇ ਦਾ ਕੰਮ ਹੁੰਦਾ ਹੈ, ਸਤਾਰਿਆਂ ਦਾ ਕੰਮ ਹੁੰਦਾ ਹੈ, ਈਵਨ ਕਿ ਸ਼ੀਸ਼ਿਆਂ ਦਾ ਕੰਮ ਹੁੰਦਾ, ਉਹ ਮੈਂ ਸਭ ਧਾਗੇ ਨਾਲ ਇਹਦੇ ਨਾਲ ਕਰਦਾ ਸੀ, ਮਸ਼ੀਨ ਦੇ ਨਾਲ, ਕਿ ਮੈਂ ਕਨਵਰਟ ਕਰਨ ਦੀ ਕੋਸ਼ਿਸ਼ ਕਰਦਾ ਸੀ ਕਿ ਜਿਹੜੀ ਜਲਦੀ ਬਣ ਜੇ। ਤੇ ਹੈਂਡ ਐਮਬ੍ਰੋਇਡਰੀ ਨੂੰ ਤਾਂ ਟਾਈਮ ਲੱਗਦਾ, ਨਾਲੇ ਉਸ ਟਾਈਮ ਹੈਂਡ ਐਮਬ੍ਰੋਇਡਰੀ ਮਹਿੰਗੀ ਬਹੁਤ ਹੁੰਦੀ ਸੀ, ਤੇ ਉਹਨੂੰ ਮੈਂ ਮਸ਼ੀਨ ਦੇ ਕਨਵਰਟ ਕਰਕੇ ਤੇ ਮੈਂ ਕੁਝ ਹਟ ਕੇ ਕਰਾਂ। ਦੇਖੋ ਪੰਜਾਬੀ ਸਿੰਗਰਾਂ ਦੀ ਡਰੈਸਿਸ ਦੇ ਵਿੱਚ ਸਾਰਾ ਸ਼ਾਈਨਿੰਗ ਮੰਗਦੇ ਆ, ਆਪਣੇ ਨਾਰਮਲੀ ਡਲ, ਇਹ ਜਿਹੜਾ ਮਸ਼ੀਨੀ ਕੰਮ ਹੁੰਦਾ ਡਲ ਹੁੰਦਾ, ਤੇ ਮੈਂ ਉਸ ਨੂੰ ਸ਼ਾਈਨਿੰਗ ਦੇ ਵਿੱਚ ਲਿਆਉਣ ਵਾਸਤੇ ਮੈਂ ਸਲਮਾ, ਸਤਾਰਾ, ਜਰਕਨ, ਮੋਤੀ ਸਭ ਮੈਂ ਮਸ਼ੀਨ ਦੇ ਨਾਲ ਲਗਾਉਣ ਲੱਗ ਗਿਆ। ਉਹ ਮਸ਼ੀਨ ਦੇ ਨਾਲ ਲਗਾਉਂਦੇ ਲਗਾਉਂਦੇ ਇਹ ਹੁੰਦਾ ਸੀ ਕਿ ਕੁਝ ਹੋਰ ਹਟ ਕੇ ਕਰਾਂ ਹੁਣ। ਬਸ ਐਵੇਂ ਜਿਵੇਂ ਚੱਲ ਰਹੀ ਸੀ ਲਾਈਫ, ਚੱਲ ਰਹੀ ਸੀ, ਬਹੁਤ ਵਧੀਆ ਲਾਈਫ ਚੱਲ ਰਹੀ ਸੀ। ਐਦਾਂ ਹੀ ਦੁਪਹਿਰੇ ਲਾਈਟ ਗਈ ਹੋਈ ਸੀ, ਮੈਂ ਸੁੱਤਾ ਪਿਆ, ਮੈਨੂੰ ਨਾ ਗੁਰੂ ਨਾਨਕ ਦੇਵ ਜੀ ਦਾ ਖਾਬ ਆਇਆ। ਗੁਰੂ ਨਾਨਕ ਦੇਵ ਜੀ ਦਾ ਸਰੂਪ ਲੱਗਿਆ ਹੋਇਆ ਸੀ ਸਾਹਮਣੇ, ਬਹੁਤ ਪੁਰਾਣਾ ਕੈਲੰਡਰ ਲੱਗਿਆ ਹੋਇਆ ਸੀ ਸਾਹਮਣੇ ਦੁਕਾਨ ਦੇ ਉੱਪਰ, ਤੇ ਮੈਂ ਉੱਥੇ ਸੁੱਤਾ, ਉੱਤੇ ਮੈਨੂੰ ਐਂ ਲੱਗਿਆ ਮੈਂ ਖਾਬ ਦੇ ਵਿੱਚ ਨਾ ਗੁਰੂ ਨਾਨਕ ਦੇਵ ਜੀ ਦਾ ਸਰੂਪ ਬਣਾ ਰਿਹਾ। ਮੈਨੂੰ ਅੱਜ ਵੀ ਉਦਾਂ ਹੀ ਮਹਿਸੂਸ ਹੁੰਦਾ ਕਿ ਉਹ ਟਾਈਮ ਕੁਝ ਵੀ ਨਹੀਂ, 20 ਸਾਲ ਹੋ ਗਏ ਇਸ ਗੱਲ ਨੂੰ। ਤੇ ਜਦ ਮੈਂ ਸੋਚਿਆ ਮੈਂ ਕਿਹਾ ਮੈਂ ਤਾਂ ਸਰੂਪ ਬਣਾ ਰਿਹਾ ਸੀ, ਬਾਬਾ ਜੀ ਦਾ ਸਰੂਪ ਕਿੱਥੇ ਹੈ? ਮੈਂ ਉੱਥੋਂ ਉੱਠ ਕੇ ਸਾਹਮਣੇ ਵਾਲੀ ਸ਼ਾਪ ਤੋਂ ਮੈਂ ਉਹਦੇ ਸਰੂਪ ਲੱਭ ਰਿਹਾ, ਮੈਂ ਕਿਹਾ ਮੈंने ਇੱਕ ਸਰੂਪ ਬਣਾਇਆ ਗੁਰੂ ਨਾਨਕ ਦੇਵ ਜੀ ਦਾ, ਐਵੇਂ ਲੱਗ ਰਿਹਾ ਸੀ ਜਿਵੇਂ ਮੇਰੇ ਨਾਲ ਓਰੀਜਨਲ ਹੋ ਰਿਹਾ। ਉਸ ਟਾਈਮ ਬੈਠ ਕੇ ਸੋਚਿਆ ਮੈਂ ਕਿਹਾ ਮੈਨੂੰ ਇਹਨਾਂ ਨੇ ਰਾਹ ਦਿਖਾਈ ਹੈ, ਇਹ ਧਾਗੇ ਨਾਲ ਬਣ ਸਕਦਾ ਹੈ, ਕਿਉਂਕਿ ਮੈਂ ਸਕੈਚਰ ਸੀ। ਤੁਹਾਨੂੰ ਪਰਮਾਤਮਾ ਹਮੇਸ਼ਾ ਇੱਕ ਝਲਕ ਦਿਖਾਏਗਾ, ਉਸ ਝਲਕ ਨੂੰ ਪਕੜਨਾ ਤੁਹਾਡਾ ਕੰਮ ਹੈ, ਤੁਸੀਂ ਪਕੜ ਕੇ ਨਹੀਂ ਪਕੜੇ ਨਾ ਸੀ ਜੀ, ਬਿਲਕੁਲ ਉਹਦਾ ਕੰਮ ਹੈ ਤੁਹਾਨੂੰ ਸਿਰਫ ਰਾਹ ਦਿਖਾਣਾ, ਉਹਦੇ ਵਿੱਚ ਆਪ ਨਹੀਂ ਪੈਣਾ, ਉਹਨੇ ਤੁਹਾਨੂੰ ਰਾਹ ਦਿਖਾ ਦੇਣਾ, ਤੁਸੀਂ ਚੱਲੋ ਨਾ ਚੱਲੋ ਉਹ ਤੁਹਾਡੀ ਜ਼ਿੰਮੇਵਾਰੀ। ਮੈਂ ਕਿਹਾ ਇਹ ਕੁਝ ਹੋ ਸਕਦਾ, ਮੈਂ ਕਿਹਾ ਕਰਾਂ, ਇੱਕ ਨਵੀਂ ਇੰਟਰਸਟਿੰਗ ਚੀਜ਼ ਮਿਲ ਗਈ ਮੈਨੇ ਕੱਪੜਾ ਲਿਆ, ਉਹਦੇ ਉੱਪਰ ਸਕੈਚ ਬਣਾਇਆ, ਕਿਉਂਕਿ ਸਕੂਲ ਟਾਈਮ ਮੈਂ ਸਕੈਚਰ ਸੀ, ਮੈਨੂੰ ਪੇਂਟਿੰਗ ਆਉਂਦੀ ਸੀ, ਉਹ ਸਭ ਤੋਂ ਵੱਡਾ ਮੇਰੇ ਲਈ ਗੋਡ ਗਿਫਟ ਸੀ। ਉਹਦੇ ਵਿੱਚ ਮੈਨੂੰ ਘਰ ਦੇ ਵੀ ਬੋਲਦੇ ਹੁੰਦੇ ਸੀ ਕਿ ਪੜ੍ਹ ਲੈ, ਤੂੰ ਪੇਂਟਿੰਗ ਬਣਾਈ ਜਾਂਦਾ, ਤੂੰ ਸਕੈਚ ਬਣਾਈ ਜਾਂਦਾ, ਕੋਈ ਪੁੱਛੇਗਾ ਨਹੀਂ ਤੈਨੂੰ, ਕਿਸੇ ਨੇ ਨਹੀਂ ਸਿਆਣਾ। ਪਰ ਮੈਨੂੰ ਸਕੂਲ ਤੋਂ ਮੈਂ ਖਾਣਾ ਵੀ ਨਹੀਂ ਖਾਂਦਾ ਸੀ, ਮੈਂ ਸਕੈਚ ਬਣਾਉਂਦਾ ਰਹਿੰਦਾ ਸੀ। ਤੇ ਪੜ੍ਹਿਆ ਕਿੰਨਾ 10ਵੀਂ, ਮੈਟ੍ਰਿਕ ਤੋਂ ਬਾਅਦ ਫਿਰ 3 ਮਹੀਨੇ ਛੁੱਟੀਆਂ ਹੋਈਆਂ, ਫਾਦਰ ਸਾਹਿਬ ਕਹਿੰਦੇ ਸ਼ਾਪ ਤੇ ਆ ਜਾ। ਉਸ ਤੋਂ ਪਹਿਲਾਂ ਹੀ ਮੈਂ 3-4 ਸਾਲ ਪਹਿਲਾਂ ਮੈਂ ਸ਼ਾਪ ਤੇ ਆਂਦਾ ਸੀ, ਫਾਦਰ ਦੀ ਰੋਟੀ ਲੈ ਕੇ ਆਂਦਾ ਸੀ, ਔਰ ਇੰਟਰਲੋਕ ਓਵਰਲੋਕ ਹੁੰਦੀ ਸੀ ਉਹ ਕਰਦਾ ਸੀ, ਸਲਵਾਰਾਂ ਲੈ ਕੇ ਆਣੀਆਂ, ਦੇ ਕੇ ਆਣੀਆਂ, ਲੋਕਾਂ ਦੇ ਘਰ ਸੂਟ ਦੇ ਕੇ ਆਣੇ, ਲੈ ਕੇ ਆਣੇ। ਹਜੇ ਐਡੀ ਛੋਟੀ ਉਮਰ ਦੇ ਵਿੱਚ ਮੈਂ ਸਕੂਲ ਤੋਂ ਪੈਦਲ ਆਣਾ, ਪਹਿਲਾਂ ਲੱਕੀ ਮੋਟਰ ਸਕੂਲ ਤੋਂ, ਫਿਰ ਉੱਥੋਂ ਦੀ ਮੈਨੇ ਆਪਣੇ ਰਾਗੂ ਮਾਜਰੇ ਜਾਣਾ, ਉਸ ਤੋਂ ਬਾਅਦ ਫਿਰ ਪਾਪਾ ਦਾ ਖਾਣਾ ਲੈ ਕੇ ਆਣਾ, ਫਿਰ 5 ਵਜੇ ਜਾ ਕੇ ਮੈਨੇ ਦੁਪਹਿਰੇ ਖਾਣਾ ਖਾਣਾ। ਐਡਾ ਔਖਾ ਸਮਾਂ ਚੱਲਦਾ ਰਿਹਾ। ਪਰ ਜਦ ਮੈਨੇ ਗੁਰੂ ਨਾਨਕ ਦੇਵ ਜੀ ਦਾ ਸਰੂਪ ਹਫਤੇ ਦੇ ਵਿੱਚ ਬਣਾ ਤਿਆ, ਮੈਨੇ ਕਈਆਂ ਨੂੰ ਦਿਖਾਇਆ, ਬੜੇ ਲੋਕਾਂ ਨੇ ਪਸੰਦ ਕਰਿਆ। ਮੇਰੇ ਫਾਦਰ ਸਾਹਿਬ ਕਹਿੰਦੇ ਕਿਸੇ ਨੇ ਨਹੀਂ ਪੁੱਛਣਾ, ਕੁਛ ਨਹੀਂ ਫਾਇਦਾ ਇਹਦਾ, ਤੂੰ ਆਪਣਾ ਕੰਮ ਕਰ ਜਿਹੜਾ ਰੋਜ਼ ਦਾ ਕੰਮ ਕਰਦਾ ਹੁੰਦਾ। ਮੈਂ ਇੱਕ ਗੱਲ ਦੱਸਦਾ, ਅੱਜ ਤੱਕ ਮੈਨੇ ਕਦੀ ਵੀਡੀਓਜ਼ 'ਚ ਨਹੀਂ ਦੱਸੀ, 4 ਸਾਲ ਹੋ ਗਏ, ਇੱਕ ਨਵੀਂ ਗੱਲ ਦੱਸਦਾ, ਮੇਰੇ ਦਿਮਾਗ 'ਚ ਆ ਗਈ ਕੁਦਰਤੀ। ਲੋਕੀ ਕਹਿੰਦੇ ਆ ਕਿ ਮੇਰੀ ਜੇਬ 'ਚ ਵੀ ਪੈਸੇ ਹੋਣ, ਮੈਂ ਕੰਮ ਕਰਦਾ, ਮੇਰੇ ਫਾਦਰ ਬੈਠਦੇ ਆ, ਮੇਰੇ ਕੋਲ ਵੀ ਪੈਸੇ ਹੋਣ, ਮੇਰੇ ਫਾਦਰ ਕੋਲ ਹੁੰਦੇ ਆ, ਮੇਰੇ ਕੋਲ ਵੀ ਹੋਵੇ। ਬਿਲਕੁਲ ਇਹ ਚੀਜ਼ ਮੇਰੇ ਦਿਮਾਗ 'ਚ ਵੀ ਆਈ ਸੀ, ਕਿਉਂਕਿ ਮੈਂ ਜਿੰਨੇ ਪੈਸੇ ਕਮਾਉਂਦਾ ਸੀ ਉਸ ਟਾਈਮ ਨਾ ਪੁਰਾਣੇ ਛਾਪੇ ਲੱਗਦੇ ਸੀ ਸਰਾਣਿਆਂ ਤੇ, ਚਾਦਰਾਂ ਦੇ ਉੱਪਰ। ਅੱਜ ਕੱਲ ਦੀ ਪੀੜ੍ਹੀ ਨੂੰ ਨਹੀਂ ਪਤਾ, ਪਰ ਛਾਪੇ ਲੱਗਦੇ ਸੀ ਉਰੇ, ਤੇ ਉਹ ਫਿਰ ਕੁੜੀਆਂ ਨੂੰ ਦਹੇਜ ਦੇ ਵਿੱਚ ਚਾਦਰਾਂ, ਸਰਾਣੇ, ਹੋਰ ਜਿਹੜੀ ਪੇਟੀ ਦੀ ਉੱਪਰ ਕੱਪੜਾ ਚੜਦਾ ਉਹ ਦਿੰਦੇ ਹੁੰਦੇ ਸੀ, ਤੇ ਉਹ ਮੈਂ ਉਹਦੇ ਫੁੱਲ ਬਣਾਉਂਦਾ ਹੁੰਦਾ ਸੀ। ਉਸ ਫੁੱਲ ਦੇ ਮੈਨੂੰ 5 ਰੁਪਏ ਮਿਲਦੇ ਸੀ, ਕਿਸੇ ਦੇ 10 ਰੁਪਏ ਮਿਲਦੇ ਸੀ, ਜ਼ਿਆਦਾ ਵੱਡੇ ਫੁੱਲ ਦੇ 20 ਰੁਪਏ ਮਿਲਦੇ ਹੁੰਦੇ ਸੀ। ਤੇ ਮੈਂ ਡੈਡੀ ਨੂੰ ਬਣਾ ਕੇ ਦੇ ਕੇ ਜਿੰਨੇ ਮੈਨੇ 100-200 ਦਾ ਕੰਮ ਕਰਨਾ, ਉਹ ਮੈਨੇ ਫਾਦਰ ਸਾਹਿਬ ਨੂੰ ਦੇ ਦੇਣੇ, ਤੇ ਮੈਨੇ 2 ਰੁਪਏ ਲੈਣ ਲਈ ਉਰੇ ਖੜੇ ਰਹਿਣਾ ਕਿ ਮੈਨੂੰ 2 ਰੁਪਏ ਦੇਣਗੇ ਤੇ ਮੈਂ ਵੀਡੀਓ ਗੇਮ ਖੇਡਾਂਗਾ। ਹਾਂ, ਇਹ ਮੈਂ ਕਦੀ ਗੱਲ ਦੱਸੀ, ਫਸਟ ਟਾਈਮ ਦੱਸ ਰਿਹਾ। ਤੇ 2 ਰੁਪਏ ਲੈਣ ਲਈ ਮੈਂ ਖੜਾ ਰਹਿੰਦਾ ਸੀ। ਐਵੇਂ ਚੱਲਦਾ ਰਿਹਾ, ਫਿਰ 5 ਰੁਪਏ ਤੱਕ ਆ ਗਿਆ, ਕਿਉਂਕਿ ਮੈਂ ਡੈਡੀ ਨੂੰ 250 ਰੁਪਏ, 250, ਉਸ ਟਾਈਮ ਮੈਂ 250 ਰੁਪਏ ਦੇ ਰਿਹਾ ਸੀ, ਉਸ ਤੋਂ 25-30 ਸਾਲ ਪਹਿਲਾਂ। ਉਹ ਛੋੜ ਹੀ ਨਹੀਂ ਸੀ ਰਕਮ, 250 ਉਸ ਟਾਈਮ ਵੀ ਬਹੁਤ ਹੈ। ਮੇਰੇ ਫਾਦਰ ਸਾਹਿਬ 50-60 ਰੁਪਏ ਦਾ ਕੰਮ ਕਰਦੇ ਸੀ, ਜਿਹੜਾ ਮੈਂ ਉਹਨਾਂ ਨੂੰ 250 ਦੇ ਰਿਹਾ ਸੀ। ਪਰ ਮੇਰੀ ਉਸ 'ਚ ਨਜ਼ਰ ਨਹੀਂ ਹੁੰਦੀ ਸੀ, ਮੇਰੀ ਨਜ਼ਰ ਮੇਰੇ 2 ਰੁਪਏ ਤੇ 5 ਰੁਪਏ 'ਚ ਹੁੰਦੀ ਸੀ। ਮੈंने ਸ਼ੁਰੂ ਤੋਂ ਐਸੀ ਹੈਬਿਟ ਰੱਖੀ ਆਪਣੀ। ਤੇ ਜਦ 5 ਰੁਪਏ ਦੀ ਵਾਰੀ ਆਈ, ਮੇਰੇ ਫਾਦਰ ਸਾਹਿਬ ਨੇ ਕਹਿਣਾ ਕਿ ਪਹਿਲਾਂ ਖੜਾਈ ਰੱਖਣਾ, ਖੜੇ ਮੈंने ਕਹਿਣਾ ਦੇ ਦਿਓ, मैंने गेम खेडनी है, मैंने घर भी जाना। ਫਿਰ ਉਹ ਕਹਿ ਦਿੰਦੇ ਹੁੰਦੇ ਸੀ ਖੁੱਲੇ ਨਹੀਂ ਹੈ। ਇੱਕ ਤਾਂ ਮੈਂ ਤੁਹਾਨੂੰ 250 ਰੁਪਏ ਦਿੱਤਾ, ਇੱਕ ਮੈਨੂੰ ਅੱਧਾ ਘੰਟਾ ਖੜੇ ਨੂੰ ਹੋ ਗਿਆ, ਉੱਤੋਂ ਤੁਸੀਂ ਮੈਨੂੰ 5 ਰੁਪਏ ਵੀ ਨਹੀਂ ਦੇ ਰਹੇ। ਠੀਕ ਹੈ ਜੀ, ਗੁੱਸਾ ਆਉਂਦਾ, ਮੈਨੂੰ ਵੀ ਗੁੱਸਾ ਆਇਆ, ਪਰ ਮੈਂ ਉਹਦੇ 'ਚ ਗੁੱਸੇ ਨੂੰ ਉਹਨੂੰ ਕਿਵੇਂ ਕਨਵਰਟ ਕਰਿਆ ਕਿ ਤੁਸੀਂ ਵੀ ਕਰ ਸਕਦੇ ਹੋ ਇੱਦਾਂ ਜਿਵੇਂ ਮੰਨੇ ਕਨਵਰਟ ਕਰਿਆ। ਮੈंने 1 ਵਾਰ ਦੇਖਿਆ, 2 ਵਾਰ ਦੇਖਿਆ, 3 ਵਾਰ ਦੇਖਿਆ, ਚੌਥੀ ਵਾਰ ਆਪਣੇ ਫਾਦਰ ਸਾਹਿਬ ਨੂੰ ਕਿਹਾ ਕਿ ਜਿੰਨਾ ਵੀ ਮੈਂ ਦਿਨੇ ਕੰਮ ਕਰਾਂਗਾ ਉਹਦੇ ਪੈਸੇ ਤੁਹਾਡੇ, ਠੀਕ ਹੈ, ਜਿੰਨਾ ਰਾਤ ਨੂੰ ਮੈਂ ਕੰਮ ਕਰਾਂਗਾ ਉਹਦੇ ਪੈਸੇ ਮੇਰੇ। ਓਕੇ, ਠੀਕ ਹੈ, ਕਿ ਫਾਦਰ ਸਾਹਿਬ ਨੂੰ ਔਖਾ ਨਾ ਹੋਵੇ। ਸਾਥ ਵੀ ਪੂਰਾ ਦੇਣਾ, ਕਿਉਂ ਇਕੱਲੇ ਕਰਨ ਵਾਲੇ ਆ, ਹੋਰ ਕੋਈ ਕਰਨ ਵਾਲਾ ਹੈ ਨਹੀਂ। ਸਿਸਟਰ ਵਿਆਹਣ ਵਾਲੀ ਹੈ, ਵੱਡਾ ਬ੍ਰਦਰ ਹੈ, ਉਹ ਕੁਝ ਕਰਦਾ ਨਹੀਂ ਹੈ, ਤੇ ਕੁਛ ਨਾ ਕੁਛ ਤਾਂ ਔਖਾ ਹੋਇਆ ਪਿਆ ਸੀ ਇਕੱਲੇ ਕਰਕੇ। ਤੇ ਇੱਧਰ ਵੀ ਮੈਂ ਦੇਖਦਾ ਸੀ ਘਰ ਦੇ ਹਾਲਾਤ ਕਿੱਦਾਂ, ਕਿਉਂਕਿ ਘਰ ਦੇ ਐਡੇ ਲੈਂਡਲੋਡ ਤਾਂ ਹੈ ਨਹੀਂ ਸੀ। ਦੀਵਾਲੀ ਤੇ ਹੋਣਾ ਕਿ ਡੈਡੀ ਨੇ ਫਾਦਰ ਨੇ 10-11 ਵਜੇ ਆਉਣਾ, ਇੰਨੀ ਦੇਰ 'ਚ ਦੀਵਾਲੀ ਹੋ ਜਾਂਦੀ ਸੀ, ਪਟਾਕੇ ਵੀ ਨਹੀਂ ਮਿਲਦੇ ਸੀ। ਉਹ ਸਮਾਂ ਮੈਂ ਦੇਖੋ ਤੁਹਾਨੂੰ ਸਾਰਿਆਂ ਨੂੰ ਤਾਂ ਦੱਸ ਰਿਹਾ ਕਿ ਕੋਈ ਮੇਰੇ ਕਹਿਣ ਨਾਲ ਮੈਂ ਵਡੇਰੀਆਂ ਮਾਰੀ ਜਾਵਾਂ, ਮੈਂ ਵਡੇਰਾ ਕਹੀ ਜਾਵਾਂ, ਨਹੀਂ। ਬਹੁਤ ਸਮੇਂ ਔਖੇ ਦੇਖੇ। ਮੈਂ ਰਾਤ ਨੂੰ ਕੰਮ ਕਰਦਾ ਜੀ, ਦਿਨੇ ਮੈਂ 3-4 ਘੰਟੇ ਸੌਂਦਾ, ਫਿਰ ਕਿਉਂਕਿ ਮੈਂ ਸਾਰੀ ਰਾਤ ਬੈਠ ਕੇ ਕੰਮ ਕਰਦਾ। ਮੈਂ ਆਪਣੀ ਪੈਂਟਾਂ ਲਿਆ ਰਿਹਾ, ਬੂਟ ਲਿਆ ਰਿਹਾ, ਕੱਪੜੇ ਜੋ ਮੈਨੂੰ ਸ਼ੌਂਕ ਸੀ ਮੈਂ ਉਹ ਪੂਰੇ ਕਰ ਰਿਹਾ ਸੀ। ਐਬ ਮੈਨੂੰ ਕੋਈ ਨਹੀਂ ਸੀ,
ਮੈਂ 98 ਚ ਮਿਸਟਰ ਪਟਿਆਲਾ ਬਣਿਆ ਸੀ ਬੋਡੀ ਬਿਲਡਿੰਗ ਦੇ ਵਿੱਚ। ਅੱਛਾ, ਉਹ ਵੀ ਕਰਦੇ ਰਹੇ ਹੋ? ਹਾਂ, ਮੈਂ ਬੋਡੀ ਬਿਲਡਿੰਗ ਕਰੀ ਤੇ ਮੇਰੇ ਮਨ 'ਚ ਇਹ ਆਂਦਾ ਹੁੰਦਾ ਸੀ ਕਿ ਮੈਂ ਮਿਸਟਰ ਪੰਜਾਬ ਦਾ ਲੜਾਂਗਾ, ਪਰ ਉਹ ਮੈਨੂੰ ਮੌਕਾ ਹੀ ਨਹੀਂ ਮਿਲਿਆ। ਜਦ ਮੈਂ ਮਿਸਟਰ ਪਟਿਆਲਾ ਬਣਿਆ 98 'ਚ, ਫਿਰ ਮੇਰੇ ਫਾਦਰ ਸਾਹਿਬ ਐਕਸਪਾਇਰ ਹੋ ਗਏ। ਅੱਛਾ। ਉਸ ਤੋਂ ਬਾਅਦ ਮੇਰਾ ਉਹ ਵੀ ਮਨ ਟੁੱਟ ਗਿਆ। ਪਰ ਜਦ ਮੈਂ ਰਾਤ ਨੂੰ ਕੰਮ ਕਰਦਾ ਸੀ, ਉਹਦੇ ਵਿੱਚ ਮੈਂ ਕੀ ਕਰਦਾ ਸੀ, ਦੁੱਧ ਪੀਣਾ, ਅੰਡੇ ਖਾਣੇ, ਹੋਰ ਖਾਣੇ, ਜਿਹੜੀ ਮੈਂ ਆਪਣਾ ਪੂਰਾ ਕਰ ਸਕਾਂ, ਡਾਈਟ ਪੂਰੀ ਕਰ ਸਕਾਂ, ਉਹ ਮੈਂ ਕਰਦਾ ਹੁੰਦਾ ਸੀ। ਜਦ ਉਹ ਸਮਾਂ ਨਿਕਲਿਆ ਜੀ, ਜਦ ਫਾਦਰ ਸਾਹਿਬ ਨੂੰ ਸੰਸਕਾਰ ਕਰਨਾ ਸੀ, ਤਾਂ ਮੈਨੂੰ ਪਹਿਲਾਂ ਹੀ ਇੱਕ ਦਿਨ ਪਹਿਲਾਂ ਹੀ ਮੈਨੂੰ ਅਹਿਸਾਸ ਹੋ ਗਿਆ ਸੀ। ਮੈਂ ਉਰੇ ਬੈਠਾ ਦੁਪਹਿਰੇ ਕੰਮ ਕਰ ਰਿਹਾ ਸੀ, ਮੇਰੇ ਫਾਦਰ ਸਾਹਿਬ ਸਾਹਮਣੇ ਬੈਠੇ ਕੰਮ ਕਰ ਰਹੇ ਸੀ। ਮੈਨੂੰ ਇਹ ਕੰਮ ਕਰਦੇ ਕਰਦੇ ਮੈਂ ਕਵਾਲੀਆਂ ਸੁਣ ਰਿਹਾ ਸੀ। ਅੱਛਾ ਜੀ। ਕੁਦਰਤੀ ਮੈਂ ਸ਼ੁਰੂ ਤੋਂ ਹੀ ਰੱਬ ਦੇ ਬਹੁਤ ਕਲੋਜ਼ ਨੇੜੇ ਆ, ਕਿਉਂਕਿ ਮੈਂ ਸ਼ੁਰੂ ਤੋਂ ਉਸੇ ਨੂੰ ਮੰਨਦਾ, ਪਰਮਾਤਮਾ ਨੂੰ ਮੰਨਦਾ। ਉਸ ਟਾਈਮ ਕਵਾਲੀਆਂ ਚੱਲ ਰਹੀਆਂ ਸੀ ਮੇਰੇ ਕੰਨਾਂ 'ਚ, ਮੈਨੇ ਉਹ ਲਗਾ ਰੱਖਿਆ ਸੀ ਹੈੱਡਫੋਨ, ਤੇ ਉਸ ਟਾਈਮ ਛੋਟਾ ਜਿਹਾ ਵਾਕਮੈਨ ਹੁੰਦਾ ਸੀ ਮੇਰੇ ਕੋਲ, ਵਾਕਮੈਨ ਪਿਆ ਸੀ। ਤੇ ਉਹ ਜਦ ਸੁਣਦੇ ਮੇਰੇ ਖਾਬ ਆਇਆ ਕਿ ਮੈਂ ਫਾਦਰ ਸਾਹਿਬ ਨੂੰ ਲੈ ਕੇ ਜਾ ਰਿਹਾ, ਇਹਨਾਂ ਦੀ ਡੈਥ ਹੋ ਗਈ ਤੇ ਮੈਂ ਲੈ ਕੇ ਜਾ ਰਿਹਾ, ਤੇ ਮੈਨੂੰ ਰੋਡ ਵੀ ਆਪਣੇ ਵਾਲਾ ਨਜ਼ਰ ਆ ਰਿਹਾ, ਘਰ ਦੇ ਬਾਹਰ ਵਾਲਾ। ਅੱਛਾ। ਉਸ ਦਿਨ ਸ਼ਾਮ ਨੂੰ 10 ਜਨਵਰੀ 2001 ਦਿਨ ਵੀਰਵਾਰ ਨੂੰ ਰਾਤ 7:50 ਤੇ ਮੈਂ ਉਹਦੀ ਗਿਆ। ਮੈਂ ਕਿਹਾ ਚਲੋ ਚੱਲੀਏ, ਠੰਡ ਬਹੁਤ ਹੈ, 10 ਜਨਵਰੀ ਠੰਡ ਬਹੁਤ ਹੈ। ਕਹਿੰਦੇ ਨਹੀਂ ਤੂੰ ਚੱਲ, ਮੈਂ ਆ ਜਾਵਾਂਗਾ। ਅਸੀਂ ਗੱਲਾਂ ਮਾਰਦੇ ਗਏ ਆ। ਮੈਂ ਘਰ ਪਹੁੰਚਿਆ, ਨਾਲ ਹੀ ਕਿਸੇ ਬੰਦੇ ਨੇ ਦੱਸਿਆ ਕਿ ਤੁਹਾਡੇ ਫਾਦਰ ਸਾਹਿਬ ਗਿਰ ਗਏ, ਉਹਨਾਂ ਨੂੰ ਅਟੈਕ ਹੋਇਆ, ਉਹਨਾਂ ਦੀ ਡੈਥ ਹੋ ਗਈ। ਉਸ ਟਾਈਮ ਬੈਠਾ ਮੈਂ ਇਹ ਸੋਚ ਰਿਹਾ ਸੀ ਕਿ ਮੈਨੂੰ ਆਹ ਕੀ ਚੀਜ਼ ਦਿਖੀ, ਇਹ ਕੀ ਹੋਇਆ ਕਿ ਜੋ ਮੈਨੂੰ ਪਰਮਾਤਮਾ ਨੇ ਰਾਤ ਦੁਪਹਿਰੇ ਦਿਖਾਤਾ, ਹਾਂ ਰਾਤ ਨੂੰ ਡੈਥ ਹੋਈ। ਉਹ ਸਮਾਂ ਜਦ ਬੀਤ ਰਿਹਾ ਸੀ, ਜਦ ਫਾਦਰ ਸਾਹਿਬ ਦਾ ਸੰਸਕਾਰ ਕਰਨਾ ਸੀ, ਮੈਂ ਇਹ ਸੋਚ ਰਿਹਾ ਸੀ ਕਿ ਮੈਂ ਹੁਣ ਬਿੱਲ ਕਿਵੇਂ ਭਰਾਂਗਾ, ਹੁਣ ਮੈਂ ਰਾਸ਼ਨ ਕਿਵੇਂ ਲੈ ਕੇ ਆਉਂਗਾ, ਹੁਣ ਮੈਂ ਕਿਵੇਂ ਕਰਾਂਗਾ, ਕਿਉਂਕਿ ਮੇਰਾ ਮਾਈਂਡ ਉਧਰ ਨੂੰ ਚੱਲ ਰਿਹਾ ਸੀ। ਫਿਕਰ ਪੈ ਜਾਂਦਾ, ਕੱਲਾ ਰਹਿ ਗਿਆ ਸੀ। ਉਮਰ ਕਿੰਨੀ ਸੀ, 14-15 ਸਾਲ ਦੀ। 14 ਸਾਲ 15 ਸਾਲ ਦੀ ਉਮਰ ਹੁੰਦੀ ਕੀ, ਬਹੁਤ ਛੋਟੇ। ਤੇ ਫਿਰ ਇਹ ਸੋਚਦਾ ਹੁੰਦਾ ਸੀ ਕਿ ਕੀ ਕਰਾਂਗਾ। ਪਰ ਜਦ ਮੈਂ 13 ਦਿਨ ਬਾਅਦ ਦੁਕਾਨ ਤੇ ਆਇਆ, ਦੁਕਾਨ ਖੋਲੀ ਹੈ, ਤੇ ਮੈਂ 80 ਰੁਪਏ ਦੀਆਂ ਰੀਲਾਂ ਉਧਾਰ ਲੈ ਕੇ ਆਇਆ ਸੀ। ਉਹ ਸਭ ਦੁਨੀਆ ਨੂੰ ਪਤਾ ਹੀ ਹੈ। ਉਸ ਤੋਂ ਬਾਅਦ ਮੈਂ ਕਿਵੇਂ ਕਰਿਆ, ਕਿਵੇਂ ਨਹੀਂ ਕਰਿਆ, ਉਹ ਰੱਬ ਜਾਣਦਾ। ਪਰ ਪਰਮਾਤਮਾ ਨੇ ਉਸ ਟਾਈਮ ਸਪੋਰਟ ਤਾਂ ਦਿੱਤੀ, ਪਰ ਧੱਕੇ ਵੀ ਬੜੇ ਦਿੱਤੇ। ਹਰ ਇੱਕ ਵੱਲੋਂ ਬੰਦਾ ਠੁਕਰਾਇਆ ਜਾਂਦਾ, ਹਰ ਇੱਕ ਸਾਰੇ ਪਾਸੋਂ ਠੁਕਰਾਇਆ ਜਾਂਦਾ, ਚਾਹੇ ਜਿਹੜੇ ਮਰਜ਼ੀ ਲਾ ਲਓ, ਰਿਸ਼ਤੇਦਾਰ ਲਾ ਲਓ, ਦੋਸਤ ਲਾ ਲਓ, ਸਭ ਜਗ੍ਹਾ ਠੁਕਰਾਇਆ ਜਾਂਦਾ। ਇਕੱਲੇ ਬੰਦੇ ਨੂੰ ਤਾਂ ਜਾਂ ਤਾਂ ਐਬ ਲੱਗ ਜਾਂਦਾ, ਜਾਂ ਉਹ ਨਸ਼ੇ ਕਰਨ ਲੱਗ ਜਾਏਗਾ, ਜਾਂ ਉਹ ਕੋਈ ਫਕੀਰ ਬਣ ਜਾਏਗਾ, ਜਾਂ ਉਹ ਸੁਸਾਈਡ ਕਰ ਲੇਗਾ। ਬਿਲਕੁਲ, ਇਹ ਹੁੰਦਾ ਹੀ ਹੁੰਦਾ। ਬੰਦਾ ਤਿੰਨਾਂ ਚ ਇੱਕ ਚੀਜ਼ ਤਾਂ ਪਕੜਦਾ ਹੀ ਪਕੜਦਾ, ਕਿਉਂਕਿ ਦੁਨੀਆ ਨਹੀਂ ਜੀਣ ਦਿੰਦੀ ਹੁੰਦੀ ਇਕੱਲੇ ਬੱਚੇ ਨੂੰ ਜੀ। ਉਹ ਜਦੋਂ ਸਮਾਂ ਨਿਕਲ ਰਿਹਾ ਸੀ ਤੇ ਮੈਂ ਸੋਚਦਾ ਹੁੰਦਾ ਸੀ ਕਿ ਮੈਂ ਧਾਰਮਿਕ ਬਣਾਂਗਾ, ਮੈਂ ਨਾ ਤਾਂ ਮਰਾਂਗਾ, ਪਰ ਮੈਂ ਕੁਝ ਐਸਾ ਕਰਾਂਗਾ ਕਿ ਮੈਂ ਜਿਹੜੇ ਮੈਨੂੰ ਅੱਜ ਉਂਗਲੀ ਕਰਕੇ ਕਹਿੰਦੇ ਨਾ ਕਿ ਤੇਰਾ ਕੁਝ ਨਹੀਂ ਹੋ ਸਕਦਾ, ਕੁਝ ਮੈਂ ਐਸਾ ਕਰਾਂਗਾ ਕਿ ਜਿਹੜੀ ਉਂਗਲੀਆਂ ਕਰ ਰਹੇ ਆ, ਇਹਨਾਂ ਦੀਆਂ ਉਂਗਲੀਆਂ ਮੋੜ ਕੇ ਇਹਨਾਂ ਨੂੰ ਫਿਰ ਮੈਨੂੰ ਕੋਈ ਕਹੇਗਾ ਮਾਸੀ ਦਾ ਮੁੰਡਾ, ਕੋਈ ਕਹੇਗਾ ਚਾਚੇ ਦਾ ਮੁੰਡਾ, ਕੋਈ ਕਹੇਗਾ ਤਾਏ ਦਾ ਮੁੰਡਾ, ਪਛਾਣ ਕੱਢਣਗੇ। ਕਿ ਮੈਂ ਐਸਾ ਕੁਝ ਕਰਾਂਗਾ ਜੀ। ਬਾਜੀ ਮੈਂ دیਵਾਨਾ ਹੋ ਗਿਆ, ਪਾਗਲ ਹੋ ਗਿਆ। ਮੈਨੇ ਐਬ ਕੋਈ ਨਹੀਂ ਲਾਇਆ, ਨਾ ਸ਼ਰਾਬ, ਨਾ ਮੀਟ, ਨਾ ਮੈਂ ਐਬ ਕੋਈ ਨਹੀਂ ਲਾਇਆ। ਮੈਂ ਆਪਣਾ ਕੰਮ ਕਰਦਾ ਰਿਹਾ, ਮਿਹਨਤ ਕਰਦਾ ਰਿਹਾ। 2004 ਚ ਮੈਨੇ ਖੁਦ ਮੈਰਿਜ ਕਰੀ ਜੀ, ਮੇਰੀ ਲਵ ਮੈਰਿਜ ਹੋਈ ਪਈ ਹੈ ਜੀ। ਬਸ ਮੈਂ ਮਿਹਨਤ ਹੀ ਕਰਦਾ ਰਿਹਾ। ਮੇਰੇ ਬੇਟਾ ਅੱਜ 17 ਸਾਲ ਦਾ, ਮੈਂ ਰੁਕਿਆ ਨਹੀਂ ਮਿਹਨਤ ਕਰਨ ਤੋਂ। ਪਰ ਜਦ ਮੇਰਾ ਸਟਰਗਲ ਦਾ ਟਾਈਮ 2000 ਦੇਖੋ, ਪਹਿਲਾਂ ਤਾਂ ਮੈਂ ਡਰੈਸਿਸ ਬਣਾਈਆਂ, ਫਿਰ ਡਰੈਸਾਂ ਤੋਂ ਬਾਅਦ ਮੈਨੇ ਅਚਕਨਾ ਬਣਾਈਆਂ, ਸ਼ੇਰਵਾਨੀ ਬਣਾਈਆਂ। ਇਹ ਸਮਾਂ 2-2 3-3 4-4 ਸਾਲ ਬਾਅਦ ਕੋਈ ਨਾ ਕੋਈ ਕੰਮ ਜਿਹੜਾ ਚੱਲਦਾ ਉਹ ਖਤਮ ਵੀ ਹੁੰਦਾ। ਹਾਂ ਬਿਲਕੁਲ ਠੀਕ ਹੈ ਜੀ, ਬਿਲਕੁਲ। ਇਹ ਮੇਰੀ ਅੱਜ ਜਿਹੜੀ ਤੁਸੀਂ ਵੀਡੀਓ ਦੇਖ ਰਹੇ ਹੋ, ਇਹਦੇ 'ਚ ਬਿਲਕੁਲ ਕੁਝ ਮੈਂ ਅਲੱਗ ਦੱਸ ਰਿਹਾ, ਕਿਉਂਕਿ ਸਾਰੇ ਕੰਮ ਕਿਵੇਂ ਕਰਿਆ, ਕਿਵੇਂ ਸਿੱਖਿਆ, ਸਟਰਗਲਸ ਆਈਆਂ, ਮੈਂ ਉਹੀ ਦੱਸਦਾ ਰਿਹਾ। ਬਿਲਕੁਲ। ਜਦੋਂ ਟਾਈਮ ਨਿਕਲਿਆ, ਅਚਕਨਾ ਸ਼ੇਰਵਾਨੀਆਂ ਰੇਡੀਮੇਡ ਆਉਣ ਲੱਗ ਗਈਆਂ। ਲੋਕਾਂ ਦੇ ਵਿਆਹ ਦੇ ਵਿੱਚ ਅਗਲਾ ਕਹਿੰਦਾ ਕਿਰਾਏ ਤੇ ਲੈ ਕੇ ਪਾ ਲਓ, ਕਿਹੜਾ ਨਵੀਂ ਲਏਗਾ, 20000 ਰੁਪਏ 25000 ਕਿਹੜਾ ਲਾਏਗਾ, ਕਿਉਂਕਿ ਲੱਖ ਰੁਪਏ ਦੀ ਸ਼ੇਰਵਾਨੀ 50-50000 ਦੀ ਬਣਦੀ ਹੈ, 5-7 ਰੁਪਏ ਦੀ ਅਗਲਾ ਕਹਿੰਦਾ ਕਿਰਾਏ ਤੇ ਲੈ ਕੇ ਪਾ ਲਓ। ਉਹ ਵੀ ਕੰਮ ਖਤਮ ਹੋ ਗਿਆ। ਡਰੈਸਿਸ ਦੇ ਵਿੱਚ ਸਿੰਗਰਾਂ ਦੇ ਖਾੜੇ ਲੱਗਣੇ ਘੱਟ ਹੋ ਗਏ। ਪਿੰਡਾਂ ਦੇ ਵਿੱਚ ਉਹ ਕੋਟ ਪੈਂਟ ਪਾ ਕੇ ਕਰਨ ਲੱਗੇ, ਕਿਉਂ ਜਿੰਨੀਆਂ ਪਹਿਲਾਂ ਬਣੀਆਂ ਹੁੰਦੀਆਂ, ਹੁਣ ਇੱਕ ਸਿੰਗਰ 5 10 15 20 25 ਕਿੰਨੀਆਂ ਬਣਵਾ ਲੇਗਾ। ਹੁਣ ਮੈਂ ਕਿੰਨਾ, ਮੇਰਾ ਤਾਂ ਉਹਦੇ ਨਾਲ ਹੀ ਕੰਮ ਸਰਦਾ ਸੀ। ਚਲੋ ਜੀ, ਹੌਲੀ ਹੌਲੀ ਕਰਦੇ ਕਰਦੇ ਸਭ ਕੁਝ ਕੰਮ ਨਾ ਆਪਣੇ ਆਪ ਬੰਦ ਹੋਣਾ ਸ਼ੁਰੂ ਹੋ ਗਿਆ। ਮੈਨੂੰ ਨਹੀਂ ਪਤਾ ਸੀ, ਕਿਉਂਕਿ ਪਹਿਲਾਂ ਤਾਂ ਮੈਨੇ ਗੁਰੂ ਨਾਨਕ ਜੀ ਦਾ ਸਰੂਪ ਬਣਾਇਆ, ਦੂਜਾ ਮੈਨੇ ਕ੍ਰਿਸ਼ਨ ਜੀ ਦਾ ਸਰੂਪ ਬਣਾਇਆ ਸੀ। ਆ ਜਿਹੜਾ ਪਿੱਛੇ ਲੱਗਿਆ ਹੋਇਆ ਬਹੁਤ ਫੇਮਸ ਹੋਇਆ, ਹਾਂ ਇਹ 3 ਸਾਲ ਦੇ ਵਿੱਚ ਲੱਗਿਆ ਸੀ ਮੈਨੂੰ ਬਣਾਉਣ ਤੇ। ਮੈਨੇ ਬਣਾਇਆ ਜੀ, ਮੈਂ ਦੀਵਾਰ ਤੇ ਲਗਾਤਾ। ਗੁਰੂ ਨਾਨਕ ਜੀ ਦੀ ਫੋਟੋ ਬਣਾਈ, ਦੀਵਾਰ ਤੇ ਲਗਾਤੀ, ਕਿਉਂਕਿ ਮੈਨੂੰ ਤਾਂ ਪਤਾ ਨਹੀਂ ਸੀ ਵੇਚੂਗਾ ਜਾਂ ਕੁਝ ਕਰੂੰਗਾ, ਨਾ ਮੇਰੇ ਮਾਈਂਡ 'ਚ ਸੀ। ਤੇ ਮੈਂ 2009 ਤੋਂ ਲੈ ਕੇ 2013 ਤੱਕ ਮੈਂ ਆਪਣੀ ਦੁਕਾਨਦਾਰੀ ਛੱਡ ਗਿਆ ਸੀ, ਕਿਉਂਕਿ ਮੈਂ 3 ਸਾਲ ਵੇਟ ਕਰੀ ਸੀ ਕੰਮ ਦੀ, ਕੰਮ ਨਹੀਂ ਚੱਲਿਆ। ਰੋਜ਼ ਆਣਾ, ਤੁਸੀਂ ਕਿਸੇ ਦਰਗਾਹ ਤੇ ਚਲੇ ਗਏ ਸੀ? ਮੈਂ ਰੋਜ਼ ਆਂਦਾ ਸੀ, ਉਰੇ ਬੈਠਦਾ ਸੀ, ਉਰੇ ਕੁਝ ਨਹੀਂ ਹੁੰਦਾ ਸੀ। ਪਰ ਇੱਕ ਜਗ੍ਹਾ ਸੀ ਜਿੱਥੇ ਦਰਗਾਹ ਬਣੀ ਹੋਈ ਹੈ ਮੇਰੀ ਬੈਕ ਸਾਈਡ ਤੇ, ਉਰੇ ਆਪਣੇ ਬਹਿਰਾ ਰੋਡ ਦੇ ਵਿੱਚ ਹੈ, ਪੁਰਾਣੀ ਦਰਗਾਹ ਬਣੀ ਹੋਈ ਹੈ। ਮੇਰੇ ਦੋਸਤ ਆ ਉੱਥੇ, ਤੇ ਉਹਨਾਂ ਦੇ ਫਾਦਰ ਸਾਹਿਬ ਕਹਿੰਦੇ ਸੀ ਪਿੱਛੇ ਨਾ ਬੈਕ ਸਾਈਡ ਤੇ ਇੱਕ ਜਗ੍ਹਾ ਬਣੀ ਹੋਈ ਹੈ, ਉਹਦੇ ਨਿੰਮ ਦੇ ਥੱਲੇ, ਨਾਲ ਪੀਪਲ, ਨਾਲ ਬਰੋਟਾ, ਨਾਲ ਨਿੰਮ, ਨੀਚੇ ਦਰਗਾਹ ਬਣੀ ਹੋਈ ਸੀ। ਤੇ ਕਹਿੰਦੇ ਉੱਥੇ ਨਾ ਝਾੜੂ ਮਾਰਿਆ ਕਰ ਜਾਂਦੇ ਹੋਏ, ਤੂੰ ਦੁਕਾਨ ਤੇ ਜਾਣਾ ਹੀ ਹੈ, ਝਾੜੂ ਮਾਰ ਜਾ ਕਰ। ਉਹਦੇ ਕੋਈ ਕਰਦਾ ਹੀ ਨਹੀਂ ਹੈ, ਚਿਰਾਗ ਚੱਲ ਰਿਹਾ। ਮੈਂ ਕਿਹਾ ਕੋਈ ਗੱਲ ਨਹੀਂ ਜੀ। ਉਹ ਮੈਂ ਝਾੜੂ ਮਾਰਨ ਲੱਗ ਗਿਆ, ਉੱਥੇ ਝਾੜੂ ਸਫਾਈ ਕਰਕੇ ਬਸ ਮੇਰਾ ਮਨ ਲੱਗਦਾ ਸੀ, ਮੈਂ ਸ਼ੌਪ ਤੇ ਆ ਜਾਂਦਾ ਸੀ। ਪਰ ਉਹ 2009 ਦੇ ਵਿੱਚ ਮੈਂ ਜਦ ਮੇਰਾ ਇੱਕ ਚੇਲਾ ਸੀ, ਉਹ ਕੰਮ ਕਰਦਾ ਰਹਿੰਦਾ ਸੀ ਉਰੇ, ਮੈਂ ਉਹਨੂੰ ਕਿਹਾ ਜਿੰਨੇ ਕੋਈ ਲੋਗੋ ਆਂਦਾ, ਕੋਈ ਕੁੜਤੇ ਬੰਦੇ ਸੀ, ਐਮਬਰੋਇਡਰੀ ਹੁੰਦੀ ਸੀ, ਕੁਝ ਵੀ ਆਂਦਾ, ਤੇ ਤੂੰ ਜਿਹੜੇ ਪੈਸੇ ਅੱਧੇ ਤੂੰ ਲੈ ਲੈ, ਅੱਧੇ ਮੇਰੇ ਘਰ ਜਾਂਦੇ।
ਤੇ ਮੈਂ ਤਾਂ ਮੈਨੂੰ ਕੁਝ ਨਹੀਂ ਚਾਹੀਦਾ, ਮੈਂ ਉੱਤਰ ਬੈਠਾ ਜੋ ਕਿਸੇ ਨੇ ਮਿਲਣਾ ਹੋਏਗਾ ਤਾਂ ਮੈਨੂੰ ਫੋਨ ਕਰਦੀ, ਮੈਂ ਆ ਜਾਵਾਂ। ਮੈਂ ਐਦਾਂ ਹੀ ਚੱਲਦਾ ਰਿਹਾ। ਤੇ ਜਦ ਮੈਂ ਉੱਥੋਂ ਦੀ ਨਿਕਲਿਆ ਉਰੋਂ ਦੀ 2009 10 11 12 13 ਮੈਨੂੰ ਐ ਲੱਗਿਆ ਕਿਵੇਂ 5 ਸਾਲ ਬੀਤੇ ਹੋ। ਮੈਂ ਬਿੱਲੀਆਂ ਦੇ ਬੱਚੇ ਦੇਖਦਾ ਰਹਿੰਦਾ ਸੀ, ਵੱਡੇ ਤੋਂ ਵੱਡੇ ਹੋ ਰਿਹਾ, ਵੱਡੇ ਤੋਂ ਵੱਡੇ ਹੋ ਰਿਹਾ, ਉਹਦੇ ਬੱਚੇ ਵੱਡੇ ਹੋ ਰਹੇ, ਉਹਦੇ ਬੱਚੇ ਵੱਡੇ ਹੋ ਰਹੇ। ਮੈਂ ਐਵੇਂ 4-5 ਪੀੜ੍ਹੀਆਂ ਤੋਂ ਵੀ ਜ਼ਿਆਦਾ ਦੇਖ ਚੁੱਕਿਆ ਉੱਥੇ ਬੈਠਾ ਬੈਠਾ। ਅੱਛਾ। ਕਿਉਂਕਿ ਨਾ ਮੈਂ ਘਰ ਜਾਂਦਾ ਸੀ, ਬਾਲ ਬੜੇ ਬੜੇ ਹੋ ਗਏ, ਦਾੜੀ ਵੱਡੀ ਵੱਡੀ ਹੋ ਗਈ, ਲੋਕ ਮੈਨੂੰ ਬਾਬਾ ਕਹਿਣ ਲੱਗੇ ਸੀ। ਮੈਂ ਉਹਨਾਂ ਨੂੰ ਕਹਿੰਦਾ ਹਾਂ, ਮੈਂ ਕਿਹਾ ਮੈਨੂੰ ਬਾਬਾ ਬੂਬਾ ਨਾ ਕਹੋ, ਮੈਂ ਤਾਂ ਆਪ ਇਸ ਤੋਂ ਮੰਗ ਰਿਹਾ। 2013 ਦੇ ਵਿੱਚ ਨਵੰਬਰ ਦੇ ਵਿੱਚ ਮੈਨੂੰ ਖਾਬ ਆਇਆ, ਮੈਂ ਹੀ ਮੇਰੇ ਸਾਹਮਣੇ ਬੈਠਾ ਸੀ ਦਰਗਾਹ 'ਚ। ਮੈਂ ਉੱਥੇ ਸੇਵਾ ਕਰਕੇ ਸਵੇਰੇ 5 ਵਜੇ ਜਾਂਦਾ ਸੀ, ਦਰਗਾਹ ਧੋਣੀ, ਉੱਥੇ ਸੋ ਗਿਆ। ਮੈਂ ਹੀ ਮੇਰੇ ਸਾਹਮਣੇ ਬੈਠਾ ਸੀ। ਮੈਨੇ ਨੀਲੇ ਰੰਗ ਦਾ ਕੁੜਤਾ ਪਜਾਮਾ ਪਾ ਰੱਖਿਆ ਸੀ, ਉਹਨੇ ਕਾਲੇ ਰੰਗ ਦਾ। ਅੱਛਾ। ਮੇਰੇ ਕੰਨੀ ਦੇਖ ਕੇ ਹੱਸ ਰਿਹਾ ਸੀ, ਮੈਂ ਹੀ ਮੇਰੇ ਕੰਨੀ ਦੇਖ ਕੇ ਹੱਸ ਰਿਹਾ ਸੀ, ਸੇਮ ਡਿਟੋ। ਅੱਛਾ। ਤੇ ਮੈਨੂੰ ਕਹਿੰਦਾ ਤੂੰ ਕਿਸੇ ਦੀ ਗੱਲ ਨਹੀਂ ਸੁਣਦਾ, ਗੱਲ ਸੁਣ ਲਿਆ ਕਰ, ਜੋ ਤੈਨੇ ਉਰੋਂ ਦੀ ਨਹੀਂ ਲੈਣਾ। ਮੈਂ ਕਹਿੰਦਾ ਸੀ ਮੈਂ ਉੱਥੋਂ ਨਹੀਂ ਲੈਣਾ। ਅੱਛਾ। ਮੈਨੇ ਇਹਨਾਂ ਦੋਨੋਂ ਹੱਥਾਂ ਦੀ ਕਮਾਣੀ ਜੋ ਦੇਣੀ ਹੈ ਤੇ ਮੇਰੀ ਮਿਹਨਤ ਦਾ ਦੇ। ਉਰੇ ਚ ਲੱਖ ਪਿਆ ਹੋਵੇ, ਲੱਖ ਆਵੇ, ਕੋਈ ਜਾਂਦਾ ਹੀ ਨਹੀਂ ਸੀ, ਕਿਉਂਕਿ ਮੈਂ ਕਿਸੇ ਨੂੰ ਦੱਸਦਾ ਨਹੀਂ ਸੀ। ਅਲੱਗ ਜੀ ਜਗ੍ਹਾ ਸੀ, ਨਾ ਮੈਨੇ ਕਿਸੇ ਨੂੰ ਦੱਸਿਆ ਸੀ ਉਰੇ ਦਰਗਾਹ, ਨਾ ਉੱਥੇ ਭੀੜ ਭੜੱਕਾ, ਨਾ ਕੋਈ ਐਡਵਰਟਾਈਜ਼ਮੈਂਟ ਕਰੀ, ਕੁਛ ਨਹੀਂ। ਮੈਂ ਹੁੰਦਾ ਸੀ ਕੋਈ ਕੱਦਾ ਕੋਈ ਲੰਘਦਾ ਫਿਰਦਾ ਟੇਕ ਜੇ ਟੇਕ। ਤੇ ਮੈਂ ਕਿਹਾ ਮੈਂ ਨਹੀਂ ਲੈਂਦਾ। ਜਿਹੜੇ ਉੱਥੇ ਪੈਸੇ ਪਏ ਹੁੰਦੇ ਸੀ ਉਹ ਵੀ ਉੱਥੇ ਤੈਰਦੇ ਰਹਿੰਦੇ ਸੀ। ਜਦ ਮੈਂ ਸਫਾਈ ਕਰਦਾ ਸੀ, ਗਿਰੇ ਚੱਕੇ ਫਿਰ ਰੱਖਤੇ। ਮੈਂ ਉਹਨਾਂ ਨੂੰ ਵੀ ਨਹੀਂ ਵਰਤਦਾ ਸੀ ਕਿ ਮੈਨੇ ਆਪਣੇ ਹੱਥਾਂ ਦੀ ਖਾਣੀ ਹੈ, ਮੈਂ ਉਹ ਨਹੀਂ ਲੈਣਾ। ਫਿਰ ਜਦ ਉਹ ਕਹਿੰਦਾ ਜੀ ਤੈਨੇ ਹੱਥਾਂ ਦੀ ਖਾਣੀ ਹੈ ਤੇ ਨਿਕਲ ਬਾਹਰ, ਮੈਂ ਹੀ ਮੇਰੇ ਸਾਹਮਣੇ ਬੈਠਾ ਸੀ। ਅੱਛਾ। ਖਾਬ ਦੇ ਵਿੱਚ ਕਿ ਤੂੰ ਨਿਕਲ ਬਾਹਰ, ਤੈਨੂੰ ਅੱਜ ਕੋਈ ਮਿਲੇਗਾ, ਉਹਦੀ ਗੱਲ ਸੁਣ ਲਈ। ਓਕੇ। ਇੱਕ ਮੈਨੂੰ ਲੜਕਾ ਮਿਲਿਆ, ਉਹ ਕਹਿੰਦਾ ਭਾਜੀ ਤੁਹਾਡੀ ਸ਼ਾਪ ਤੇ ਗਿਆ ਸੀ, ਗੁਰੂ ਨਾਨਕ ਦੇਵ ਜੀ ਦੀ ਫੋਟੋ ਲੱਗੀ ਪਈ ਹੈ, ਕ੍ਰਿਸ਼ਨ ਜੀ ਦੀ ਫੋਟੋ ਲੱਗੀ ਪਈ ਹੈ, ਬਹੁਤ ਸੋਹਣੀ ਲੱਗ ਰਹੀ ਹੈ, ਇਹ ਤੁਸੀਂ ਇਹਦੀ ਐਗਜੀਬਿਸ਼ਨ ਕਿਉਂ ਨਹੀਂ ਲਾਉਂਦੇ? ਅੱਛਾ। ਮੈਂ ਕਿਹਾ ਐਗਜੀਬਿਸ਼ਨ ਕਿੱਥੇ ਲੱਗਦੀ ਹੈ, ਮੈਨੂੰ ਪਤਾ ਹੀ ਨਹੀਂ ਐਗਜੀਬਿਸ਼ਨ ਬਾਰੇ। ਮੈਂ ਕਿਹਾ ਕਿੱਥੋਂ ਲੱਗਦੀ ਹੈ? ਕਹਿੰਦੇ ਪ੍ਰਗਤੀ ਮੈਦਾਨ ਲੱਗਣ ਵਾਲੀ ਹੈ, 15 ਕੁ ਦਿਨ ਰਹਿ ਗਏ। ਅੱਛਾ। ਤੁਸੀਂ ਐਗਜੀਬਿਸ਼ਨ ਲਗਾਓ ਜਾ ਕੇ, ਤੁਹਾਨੂੰ ਤਾਂ ਸਰਕਾਰ ਦੇ ਦੇਗੀ, ਤੁਹਾਡਾ ਕੰਮ ਵੀ ਬੜਾ ਵਧੀਆ। ਮੈਂ ਡਿਵੈਲਪਮੈਂਟ ਇੰਡਸਟਰੀ ਸੈਂਟਰ ਗਿਆ ਜੀ, ਉੱਥੇ ਮੈंने ਆਪਣਾ ਕੰਮ ਦਿਖਾਇਆ, ਉਹਨਾਂ ਨੇ ਮੇਰਾ ਇੰਨਾ ਕੰਮ ਪਸੰਦ ਕਰਿਆ, ਉਹਨਾਂ ਨੇ ਨਾਲ ਦੀ ਨਾਲ ਮੈਨੂੰ ਐਗਜੀਬਿਸ਼ਨ ਦੇਤੀ ਦਿੱਲੀ ਪ੍ਰਗਤੀ ਮੈਦਾਨ ਦੀ। ਅੱਛਾ ਜੀ। ਉੱਥੇ ਮੈंने 15 ਦਿਨ ਲਗਾਏ, ਲੋਕਾਂ ਨੂੰ ਕੰਮ ਦਿਖਾਇਆ, ਵਿਕਿਆ ਕੁਛ ਨਹੀਂ, ਕਿਉਂਕਿ 2 ਫੋਟੋਆਂ ਸੀ, 2 ਮੈंने ਕਿਸੇ ਫਾਦਰ ਦੀ ਬਣਾ ਕੇ ਦਿੱਤੀਆਂ ਸੀ, ਉਹਨਾਂ ਦੀ ਡੈਥ ਹੋ ਗਈ। ਇੱਕ ਬਾਬਾ ਦੀਪ ਸਿੰਘ ਜੀ ਦੀ ਫੋਟੋ ਸੀ, ਗਣੇਸ਼ ਜੀ ਦੀ ਸੀ, ਜਿਵੇਂ ਮੈंने ਆਮ ਨੋਰਮਲੀ ਕੋਈ ਜਿਵੇਂ ਸ਼ੌਂਕ ਹੁੰਦਾ ਸੀ ਮੈਂ ਬਣਾਈ ਜਾਂਦਾ ਸੀ, ਬਸ ਉਹ ਮੈਂ ਲੈ ਕੇ ਚਲਾ ਗਿਆ ਜੀ। ਵਿਕਣਾ ਤਾਂ ਕੁਛ ਹੈ ਹੀ ਨਹੀਂ ਸੀ ਵਿਕਣ ਜੋਗਾ, ਪਰ ਮੇਰਾ ਨਾਮ ਹੋ ਗਿਆ ਅਖਬਾਰਾਂ 'ਚ, ਨਿਊਜ਼ਾਂ 'ਚ। ਉੱਥੇ ਮੈंने ਅਖੀਰਲੇ 2-3 ਦਿਨ ਪਹਿਲਾਂ मैंने ਚੈਲੰਜ ਕਰਤਿਆ ਕਿ ਜਿੰਨਾ ਵੀ ਪ੍ਰਗਤੀ ਮੈਦਾਨ ਹੈ ਔਰ 120 ਦੇਸ਼ ਆਏ ਹੋਏ ਹੈ, ਅਗਰ ਮੇਰੇ ਨਾਲ ਦਾ ਕੋਈ ਕੰਮ ਬਣਾ ਰਿਹਾ ਤਾਂ ਮੈਂ ਉਸ ਨੂੰ 50 ਲੱਖ ਰੁਪਏ ਦਾ ਇਨਾਮ, 50,000 ਰੁਪਏ ਦਾ ਇਨਾਮ ਦਊਂਗਾ ਕਿ ਅਗਰ ਮੇਰੇ ਨਾਮ ਦਾ ਕੋਈ ਕੰਮ ਹੋਵੇ। ਚੈਲੰਜ ਹੋ ਗਿਆ। ਹਾਂ, ਚੈਲੰਜ ਕਰਤਿਆ। ਉਹ ਚੈਲੰਜ ਕਰਕੇ ਅਖਬਾਰ ਆ ਗਈ, ਨਿਊਜ਼ ਆ ਗਏ, ਹੋਰ ਕਿ ਤੁਸੀਂ ਚੈਲੰਜ ਕਰਿਆ ਕਿ ਉਰੇ ਕੋਈ ਹੋਰ ਹੈ ਹੀ ਨਹੀਂ ਹੈ, ਬਾਕੀ ਕਿਉਂਕਿ 120 ਦੇਸ਼ ਹੈ, ਹਾਂ ਕੋਈ ਹੈ ਹੀ ਨਹੀਂ ਸੀ। ਮੈਂ ਪਹਿਲਾਂ ਸਰਵੇ ਕਰਿਆ ਆਇਆ ਸੀ, ਪਹਿਲਾਂ ਮੈਂ 2-4 ਦਿਨ ਲਾ ਕੇ ਸਭ ਘੁੰਮ ਆਇਆ ਸੀ ਕਿ ਹੈ ਹੀ ਨਹੀਂ ਸੀ ਨਾਲ ਦਾ। ਉਸ ਟਾਈਮ ਨਹੀਂ ਪਤਾ ਸੀ ਕਿ ਮੈਂ ਇਕੱਲਾ ਕਰ ਰਿਹਾ, ਉਸ ਟਾਈਮ ਨਹੀਂ ਮੈਨੂੰ ਪਤਾ ਸੀ। ਅੱਛਾ, ਨਹੀਂ ਪਤਾ ਸੀ ਤੁਹਾਨੂੰ। ਬਸ ਉਸ ਤੋਂ ਬਾਅਦ ਹੈਂਡੀਕ੍ਰਾਫਟ ਵਾਲੇ ਆ ਗਏ, ਉਹ ਕਹਿੰਦੇ ਤੁਸੀਂ ਨਾਮ ਰਜਿਸਟਰਡ ਕਰਾ ਲਓ। ਮੈਂ ਹੈਂਡੀਕ੍ਰਾਫਟ ਦਾ ਨਾਮ ਰਜਿਸਟਰਡ ਕਰਾਇਆ। ਦੂਜੀ ਐਗਜੀਬਿਸ਼ਨ ਮੈंने ਪ੍ਰਗਤੀ ਮੈਦਾਨ ਲਗਾਈ। ਹਾਂਜੀ। ਉੱਤੇ ਵਾਸਤੇ ਮੈਨੂੰ 2.5-3 ਮਹੀਨੇ ਦਾ ਸਮਾਂ ਮਿਲਿਆ ਸੀ। ਮੈਂ ਕੁਝ ਪੇਂਟਿੰਗਸ ਲਿੱਤੀਆਂ, ਪੇਂਟਿੰਗਸ ਬਣਾਈਆਂ, ਕੁਝ ਮੈंने ਬਾਜ਼ਾਰੋਂ ਲਿੱਤੀਆਂ ਕਿ ਚੱਲ ਇਹ ਵੀ ਨਾਲ ਲਗਾ ਕੇ ਵੇਚਦਾ, ਕੋਈ ਸਮਾਨ ਕਰਨਾ ਸੀ ਮੈंने। ਕੁਝ ਮੈंने ਪਿਕਚਰਸ ਬਣਾਈਆਂ ਛੋਟੀ-ਛੋਟੀਆਂ ਬਰਡਸ ਦੀਆਂ, ਪੰਛੀਆਂ ਦੀਆਂ, ਜਿੰਨਾ ਮੇਰੇ ਤੋਂ ਕੰਮ ਹੋ ਸਕਦਾ ਸੀ ਮੈਂ ਕਰਿਆ। ਠੀਕ ਹੈ। ਉੱਥੇ मैंने ਮੋਦੀ ਜੀ ਦੀ ਵੀ ਫੋਟੋ ਬਣਾਈ ਸੀ ਇੱਕ ਪਹਿਲਾਂ। ਅੱਛਾ ਜੀ, ਅੱਛਾ, ਠੀਕ ਹੈ, ਓਕੇ। मैंने ਮੋਦੀ ਜੀ ਦੀ ਫੋਟੋ, ਕਿਉਂਕਿ ਨਵੀਂ ਸਰਕਾਰ ਆਈ ਸੀ ਉਸ ਟਾਈਮ, ਕਰੇਜ਼ ਸੀ ਲੋਕਾਂ 2014 ਚ, ਲੋਕਾਂ 'ਚ ਕਰੇਜ਼ ਸੀ, ਤੇ मैंने ਉਹ ਵੀ ਬਣਾਈ ਸੀ। ਮੈਨੂੰ ਯਾਦ ਹੈ ਉਹ ਅਖੀਰਲੇ ਦਿਨ ਜਾਂਦੇ ਜਾਂਦੇ ਮੇਰੀਆਂ 3 ਪਿਕਚਰਸ ਵਿਕ ਗਈਆਂ ਸੀ। ਉਹ ਮੈਂ ਉੱਥੋਂ ਦੀ ਪਹਿਲੀ ਵਾਰ 2,80,000 ਰੁਪਏ ਕਮਾ ਕੇ ਲੈ ਕੇ ਆਇਆ ਸੀ ਫੋਟੋਆਂ ਦੇ ਵਿੱਚ। ਕਮਾਈ ਸੀ ਉਹ, ਪਹਿਲੀ ਕਮਾਈ ਸੀ ਮੇਰੀ 2,80,000 ਰੁਪਏ ਦੀ। ਬਸ ਉਸ ਤੋਂ ਬਾਅਦ ਫਿਰ मैंने ਮੁੜ ਕੇ ਨਹੀਂ ਰੁਕੇ ਜੀ। ਫਿਰ ਤਾਂ ਸਟਰਗਲ ਚੱਲੀ, ਆਂਧਰਾ ਪ੍ਰਦੇਸ਼ ਜਾ ਰਿਹਾ, ਬੰਬੇ ਜਾ ਰਿਹਾ, ਪੂਨਾ ਜਾ ਰਿਹਾ, ਕੋਈ ਜਗ੍ਹਾ ਹੀ ਨਹੀਂ ਛੱਡ ਰਿਹਾ, ਦਿੱਲੀ ਹਾਰਟ, ਦਿੱਲੀ ਜਾ ਰਿਹਾ। ਜਿੱਥੇ ਮੈਨੂੰ ਜਗ੍ਹਾ ਮਿਲਦੀ ਸੀ ਮੈਂ ਪੈਸੇ ਵਿਆਜ ਤੇ ਫੜਦਾ ਸੀ, ਲੋਨ ਤੇ ਲੈਂਦਾ ਸੀ, ਸਿੱਧਾ ਭੱਜ ਜਾਂਦਾ ਸੀ ਐਗਜੀਬਿਸ਼ਨ ਤੇ। ਕਈ ਵਾਰ ਇਦਾਂ ਹੋਇਆ ਕੁਝ ਵੀ ਨਹੀਂ ਵਿਕਿਆ, ਖਾਲੀ ਹੱਥ ਵਾਪਸ ਆ ਜਾਂਦਾ ਸੀ। ਤੇ ਘਰੇ 15 ਦਿਨ ਵੀ ਲਗਾ ਕੇ ਆਇਆ, 20,000 ਰੁਪਏ ਪੱਲੋਂ ਖਰਚ ਕੇ ਵੀ ਆਇਆ, ਤੇ ਘਰ ਕੁਝ ਲੈ ਕੇ ਵੀ ਨਹੀਂ ਆਇਆ। ਉਹ ਵੀ ਬੜਾ ਦੁੱਖ ਲੱਗਦਾ ਹੁੰਦਾ ਸੀ। ਪਰ ਉਹ ਸਟਰਗਲ ਦਾ ਟਾਈਮ ਚੱਲਦਾ ਕਿਵੇਂ ਕੱਢਿਆ। ਫਿਰ ਤਸਵੀਰਾਂ ਬਣਾਉਂਦਾ ਰਿਹਾ, ਫਿਰ ਮਹਾਰਾਜਾ ਰਣਜੀਤ ਸਿੰਘ ਦਾ ਦਰਬਾਰ ਬਣਾਇਆ, ਫਿਰ ਹਿਸਟਰੀ ਚੈਨਲ 'ਚ ਆ ਗਿਆ ਜੀ ਜੀ, ਉਹ BBC ਵਰਲਡ ਦੇ ਵਿੱਚ ਵੀ ਆ ਗਿਆ। BBC ਪਹਿਲਾਂ 7 ਭਾਸ਼ਾਵਾਂ 'ਚ ਆਇਆ, ਫਿਰ BBC ਵਰਲਡ ਦੇ ਵਿੱਚ ਆ ਗਿਆ, ਫਿਰ ਵਿਕੀਪੀਡੀਆ, ਫਿਰ ਰਾਸ਼ਟਰਪਤੀ ਪੁਰਸਕਾਰ, ਫਿਰ ਨਹੀਂ ਰੁਕਿਆ। ਤੁਸੀਂ ਜਦੋਂ ਪ੍ਰਧਾਨ ਮੰਤਰੀ ਮੋਦੀ ਦੇ ਉਹਨਾਂ ਦੇ ਨਾਲ ਮੁਲਾਕਾਤ ਕੀਤੀ, ਮੁਲਾਕਾਤ ਤੋਂ ਬਾਅਦ ਕਿਉਂਕਿ ਤੁਸੀਂ ਪਹਿਲਾਂ ਕਹਿ ਚੁੱਕੇ ਸੀ ਵੀ ਲੱਭਦਾ ਲੱਭ ਲਓ ਮੇਰੇ ਨਾਲ ਦਾ, ਹਨਾ, ਪਰ ਉਹ ਨਹੀਂ ਲੱਭਿਆ, ਫਿਰ ਉਹ ਤੁਹਾਡੇ ਕੋਲੇ ਮੁੜ ਕੇ ਆਏ ਵੀ ਨਹੀਂ ਲੱਭਿਆ। ਪਰ ਉਹ ਮੁਲਾਕਾਤ ਕਿਸ ਤਰ੍ਹਾਂ ਦੀ ਰਹੀ? ਉਹ ਮੈंने ਤਾਂ ਬਸ ਵੈਸੇ ਇੱਕ ਲੈਟਰ ਪਾਈ ਸੀ ਜੀ ਕਿ ਮੈਂ ਤੁਹਾਡੀ ਪਿਕਚਰ ਬਣਾਈ ਹੈ, ਮੈਂ ਦੇਣਾ ਚਾਹਨਾ, ਤੇ ਮੈਂ ਅਗਰ ਮੇਰੇ ਨਾਲ ਦਾ ਕੋਈ ਹੋਰ ਬਣਾਉਂਦਾ, ਇੰਡੀਆ ਛੱਡੋ ਬਾਹਰ ਵੀ ਸਰਚ ਕਰ ਲਓ, ਅਗਰ ਕੋਈ ਬਣਾਉਂਦਾ ਤਾਂ ਮੈਨੂੰ ਨਾ ਮਿਲੋ। ਅੱਛਾ,
ਅਗਰ ਕੋਈ ਨਹੀਂ ਮਿਲਦਾ ਤਾਂ ਮੈਨੂੰ ਮਿਲੋ, ਮੈਂ ਤੁਹਾਨੂੰ ਮਿਲਣਾ ਚਾਹੁੰਦਾ ਤੇ ਤੁਹਾਨੂੰ ਪਿਕਚਰ ਗਿਫਟ ਦੇਣਾ ਚਾਹੁੰਦਾ। ਉਹ ਲੈਟਰ ਮੈਨੇ ਜਾ ਕੇ ਪੋਸਟ ਕਰਤੀ, ਉਹ ਪੋਸਟ ਚਲੀ ਗਈ, ਮੈਨੂੰ ਪਤਾ ਹੀ ਨਹੀਂ, ਨਾ ਮੈਨੂੰ ਯਾਦ। ਜਿਸ ਦਿਨ ਮੈਨੂੰ ਫੋਨ ਆਇਆ ਉਸ ਦਿਨ ਵੀ ਮੈਂ ਕਿਤੇ ਇੱਕ ਜਗ੍ਹਾ ਤੇ ਕੋਈ ਮੇਲਾ ਲੱਗਿਆ ਪਿਆ ਸੀ ਦਰਗਾਹ ਦਾ, ਮੈਂ ਉੱਥੇ ਘੁੰਮ ਰਿਹਾ ਸੀ। ਅੱਛਾ। ਉੱਥੇ ਸਪੀਕਰ ਵੱਜ ਰਿਹਾ ਸੀ ਉੱਚੀ ਉੱਚੀ, ਵਿੱਚ ਫੋਨ ਆ ਰਿਹਾ ਅਨਨੋਨ ਨੰਬਰ ਤੋਂ, ਆਹੀ ਮੋਬਾਈਲ ਸੀ ਮੇਰੇ ਕੋਲ। ਅੱਛਾ। ਅਨਨੋਨ ਨੰਬਰ ਤੋਂ ਫੋਨ ਆ ਰਿਹਾ, ਮੈਂ ਚੱਕਿਆ, ਮੈਂ ਅਨਨੋਨ ਨੰਬਰ, ਮੈਂ ਕਾਲ ਕਰੀ, ਕਹਿੰਦੇ ਮਿਸਟਰ ਅਰੁਣ ਬਜਾਜ। ਮੈਂ ਕਿਹਾ ਹਾਂਜੀ। ਕਹਿੰਦੀ ਤੁਹਾਡੇ ਸਵੇਰੇ PM ਸਾਹਿਬ ਨਾਲ ਮੀਟਿੰਗ ਹੈ, ਮੋਦੀ ਸਾਹਿਬ ਨਾਲ, ਸਵੇਰੇ 12 ਵਜੇ ਤੁਸੀਂ ਸੰਸਦ ਭਵਨ ਆ ਜਾਣਾ। ਅੱਛਾ। ਮੈਂ ਕਿਹਾ ਜੀ ਮੈਨੂੰ ਤੁਹਾਡੀ ਆਵਾਜ਼ ਨਹੀਂ ਸੁਣ ਰਹੀ। ਮੈਂ ਕਿਹਾ ਜੀ ਮੇਰੇ ਕੰਨ ਬੰਦ ਹੋਏ ਪਏ ਕਿਉਂਕਿ ਸਪੀਕਰ ਚੱਲ ਰਹੇ ਆ। ਬੜੀ ਮੁਸ਼ਕਿਲ ਨਾਲ ਗੱਲ-ਗੁੱਲ ਹੋਈ, ਉਹਨਾਂ ਨੇ 2-3 ਵਾਰੀ ਫੋਨ ਕਰਿਆ, ਪਹਿਲਾਂ ਤਾਂ ਮੈਨੂੰ ਯਕੀਨ ਹੀ ਨਹੀਂ ਹੋਇਆ ਕਿ ਮਜ਼ਾਕ ਹੀ ਨਾ ਕਰਦਾ ਹੋਵੇ ਕਿ ਅਨਨੋਨ ਨੰਬਰ ਤੋਂ ਫੋਨ ਆ ਰਿਹਾ, ਦੁਬਾਰਾ ਕਾਲ ਵੀ ਨਹੀਂ ਕਰ ਸਕਦੇ। ਬਾਜੀ ਕਰ ਕਰਾਂਦੇ ਜੀ ਮੈਨੂੰ ਉਹਨਾਂ ਨੇ ਕਹਿ ਤਾਂ ਦਿੱਤਾ, ਫਿਰ ਵੀ ਮੇਰਾ ਮਨ ਨਹੀਂ ਮੰਨ ਰਿਹਾ ਸੀ, ਪਤਾ ਨਹੀਂ ਹਾਂ ਹੋਈ ਹੈ ਕਿ ਨਾ ਹੋਈ ਹੈ। ਉਸ ਟਾਈਮ ਵੀ ਮੇਰੇ ਕੋਲੇ ਪੈਸੇ ਨਹੀਂ ਸੀ, ਕਿਉਂ ਫਿਰ ਮੈਨੇ ਘਰਦਿਆਂ ਤੋਂ ਆਪਣੇ ਵਾਈਫ ਤੋਂ ਮੈਨੇ ਪੈਸੇ ਲਏ ਸੀ 1000 ਰੁਪਏ। ਮੈਂ ਬੱਸ 'ਤੇ ਬੈਠਿਆ ਤੇ 500 ਰੁਪਏ ਲੈ ਕੇ ਫਿਰ ਮੈਂ ਉੱਧਰ ਪਹੁੰਚਿਆ ਸੰਸਦ ਭਵਨ ਦੇ ਅੰਦਰ ਜਾ ਕੇ। ਜਦ ਮੈਂ ਦੱਸਿਆ ਉੱਥੇ ਕਿ ਮੇਰਾ ਨਾਮ ਅਰੁਣ ਬਜਾਜ ਹੈ, ਮੇਰੀ PM ਸਾਹਿਬ ਨਾਲ ਮੀਟਿੰਗ ਹੈ 12 ਵਜੇ, ਪਹਿਲਾਂ ਤਾਂ ਉਹ ਵੀ ਨਾ ਯਕੀਨ ਕਰਨ। ਅੱਛਾ। ਜਦ ਉਹਨਾਂ ਨੇ ਕੰਪਿਊਟਰ 'ਚ ਦੇਖਿਆ ਹਾਂ ਵਾਕਈ ਇਹਨਾਂ ਦੀ ਮੀਟਿੰਗ ਹੈਗੀ ਹੈ 12 ਵਜੇ, ਫਿਰ ਮੈਨੂੰ ਰਿਸਪੈਕਟ ਦੇਣੀ ਸ਼ੁਰੂ ਕਰੀ ਉਹਨਾਂ ਨੇ। ਅੱਛਾ, ਵੀ ਬੰਦਾ ਕੋਈ ਕਲਾਕਾਰ ਹੀ ਹੈ ਜਿਹਨਾਂ ਨਾਲ PM ਸਾਹਿਬ ਮੀਟਿੰਗ ਕਰ ਰਹੇ ਨੇ। ਬਸ ਫਿਰ ਉਸ ਤੋਂ ਬਾਅਦ ਜੀ ਅੰਦਰ ਜਾ ਕੇ ਤਾਂ ਪਹੁੰਚੇ ਆ PM ਸਾਹਿਬ 10 ਨੰਬਰ ਉਹਨਾਂ ਦਾ ਕਮਰਾ, 11 ਨੰਬਰ ਮੀਟਿੰਗ ਹਾਲ ਹੈ ਇਹਨਾਂ ਦਾ ਸੰਸਦ ਭਵਨ 'ਚ। ਹੁਣ ਤਾਂ ਨਵਾਂ ਸੰਸਦ ਭਵਨ ਬਣ ਗਿਆ, ਪਹਿਲਾਂ ਪੁਰਾਣਾ ਸੰਸਦ ਭਵਨ ਸੀ। ਤੇ ਬਸ ਉੱਥੇ ਪਹਿਲਾਂ ਉੱਥੇ ਜਿਹੜਾ ਉਹਨਾਂ ਦੇ PA ਸੀ, 3-4 PA ਸੀ, ਉਹ ਉੱਠੇ, ਅਰੁਣ ਆ ਗਿਆ ਜੀ, ਅਰੁਣ ਆ ਗਿਆ, ਉਹਦੀ ਆਵਾਜ਼ ਆਈ, ਅਰੁਣ ਆ ਗਿਆ ਸਰ, ਅਰੁਣ ਆ ਗਿਆ, ਕਿਉਂਕਿ ਇਹ ਸਾਰੇ ਮਿਲਣਾ ਚਾਹੁੰਦੇ ਸੀ। ਜਦ ਮੈਂ ਅੰਦਰ ਜਾ ਰਿਹਾ ਆਵਾਜ਼ ਆ ਰਹੀ ਹੈ ਇੱਧਰ ਉੱਧਰ, ਸਰ ਅਰੁਣ ਆ ਗਿਆ, ਅਰੁਣ ਆ ਗਿਆ। ਤੇ ਉੱਥੇ 3-4 ਲੋਕ ਬੈਠੇ ਸੀ, ਕਹਿੰਦਾ ਅਰੁਣ ਜੀ ਤੁਸੀਂ 11 ਨੰਬਰ 'ਚ ਬੈਠੋ, ਤੁਸੀਂ ਸਵੇਰ ਦੇ ਕੁਝ ਖਾਇਆ ਨਹੀਂ ਹੈ, ਤੁਸੀਂ ਕੁਝ ਖਾਓ ਤੇ ਤੁਹਾਨੂੰ 12 ਵਜੇ ਤੁਹਾਡੇ ਨਾਲ ਬੈਠਣਗੇ, ਤੁਹਾਡੇ ਨਾਲ ਕਾਫੀ ਪੀਣਗੇ, ਤੁਹਾਨੂੰ ਅੱਧਾ ਘੰਟੇ ਦਾ ਸਮਾਂ ਦੇਣਗੇ। ਅੱਛਾ, ਵਧੀਆ ਆਉ-ਭਗਤ ਕੀਤੀ ਉਹਨਾਂ ਨੇ ਤੁਹਾਡੀ ਪੂਰੀ ਜੀ, ਕਿਉਂਕਿ ਦੇਖੋ ਜਿਹੜੇ ਮਿਲਨੇ ਸੀ ਉਹ ਸਿਰਫ ਬੁੱਕਾ ਦਿੰਨੇ ਆ, ਫੋਟੋ ਖਿਚਾਉਂਦੇ ਆ ਤੇ ਬਾਹਰ। PM ਸਾਹਿਬ ਨਾਲ ਕੋਈ ਮਿਲ ਨਹੀਂ ਸਕਦਾ, ਨਾ ਉਹਨਾਂ ਨਾਲ ਕੋਈ ਗੱਲ ਕਰ ਸਕਦਾ। ਉਹਨਾਂ ਗੱਲ ਕਰਨ ਵਾਸਤੇ ਉਹ ਅਲੱਗ ਤੋਂ ਟਾਈਮ ਹੁੰਦਾ। ਤੇ ਉਹਨਾਂ ਨੇ ਮੇਰੇ ਤੋਂ ਪੂਰਾ ਪੁੱਛਣਾ ਸੀ ਕਿਵੇਂ ਕਰਿਆ, ਕਿੱਦਾਂ ਕਰਿਆ, ਕਿਵੇਂ ਇਹ ਮਾਈਂਡ ਦੇ ਵਿੱਚ ਆਇਆ। ਉਹਨਾਂ ਨੇ ਮੈਨੂੰ ਪੁੱਛਣ ਕਰਕੇ ਮੈਨੂੰ ਖਿਲਾਇਆ ਪਿਲਾਇਆ। ਉਹਨਾਂ ਨੂੰ ਪਤਾ ਸੀ ਕਿ ਮੈਂ ਕੁਝ ਖਾ ਕੇ ਨਹੀਂ ਆਇਆ, ਕਿਉਂਕਿ ਉਹਨਾਂ ਦੀ CID ਹੁੰਦੀ ਹੈ ਕਿ ਬੰਦਾ ਸਵੇਰ ਤੋਂ ਭੁੱਖਾ ਹੀ ਚੱਲਿਆ ਹੋਇਆ ਹੈ। ਬਿਲਕੁਲ। ਮੈਂ 4:40 ਵਾਲੀ ਬੱਸ ਤੇ ਗਿਆ ਸੀ, ਮੈਨੂੰ ਯਾਦ ਆ ਮੇਰੇ ਨਾਲ ਕੋਈ ਨਾ ਕੋਈ ਤਾਂ ਗਿਆ ਹੋਣਾ ਉੱਤੋਂ ਦੀ, ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਕਿ ਬੰਦੇ ਨੇ ਕੁਝ ਨਹੀਂ ਖਾਇਆ, ਰਸਤੇ ਕਿਤੇ ਨਹੀਂ ਰੁਕਿਆ, ਇਹ ਸਿੱਧਾ ਉਰੀ ਪਹੁੰਚਿਆ। ਬਿਲਕੁਲ। ਬਸ ਜੀ ਉਸ ਤੋਂ ਬਾਅਦ ਉਹਨਾਂ ਨੇ PM ਸਾਹਿਬ ਜਦੋਂ ਮਿਲੇ ਮੈਨੂੰ ਬੜਾ ਵਧੀਆ ਰਿਹਾ, ਅੱਛੀ ਮੇਰੀ ਰਿਸਪੈਕਟ ਕਰੀ, ਕਿਵੇਂ ਕੰਮ ਕਰਿਆ, ਕਿੱਦਾਂ ਇਹ ਫਾਦਰ ਸਾਹਿਬ ਕਿਵੇਂ ਐਕਸਪਾਇਰ ਹੋਏ, ਉਹਨਾਂ ਨੇ ਮੇਰੀ ਪੂਰੀ ਡਿਟੇਲ ਪੁੱਛੀ, ਪੂਰੀ। ਜੀ। ਮੈंने ਨਹੀਂ ਦੇਖਿਆ ਅੱਜ ਤੱਕ ਕੋਈ ਮੈਨਾਂ CM ਵੀ ਪੰਜਾਬ ਦਾ ਕਿਸੇ ਨੇ ਮੇਰੀ ਐਡੀ ਜਾਣਕਾਰੀ ਲਈ ਹੋਵੇ ਜਾਂ ਕਿਸੇ ਹੋਰ ਮੰਤਰੀ ਨੇ ਲਈ ਹੋਵੇ। ਉਹ ਬੜੀ ਗਹਿਰਾਈ ਤੱਕ ਗਏ, ਮੈਂ ਰੋਣ ਲੱਗ ਗਿਆ ਸੀ ਉੱਥੇ ਕਿ ਮੈਂ ਅੱਜ PM ਸਾਹਿਬ ਦੇ ਬਾਹਰ ਸਾਹਮਣੇ ਬੈਠਾ, ਇੱਕ ਦਰਜੀ ਬੰਦਾ, ਆਮ ਸਿੰਪਲ ਨਾਰਮਲ ਮੁੰਡਾ, ਕਿ ਮੈਂ ਉਹਨਾਂ ਦੇ ਸਾਹਮਣੇ ਬੈਠਾ, ਸੋਚਿਆ ਵੀ ਨਹੀਂ ਸੀ ਕਦੀ ਕਿ ਮੈਨੂੰ ਐਡਾ ਟਾਈਮ ਵੀ ਦੇ ਰਹੇ ਆ, ਗੱਲ ਵੀ ਕਰ ਰਹੇ ਆ। ਉਸ ਟਾਈਮ ਮੈਂ ਪਹਿਲੀ ਵਾਰ ਮੋਦੀ ਜੀ ਦੀ ਛਵੀ ਦੇਖੀ ਸੀ ਕਿ ਬੰਦਾ ਕਿੱਦਾਂ ਦੇ ਹੈ। ਤੁਸੀਂ ਯੂਨੀਕ ਵਰਲਡ ਰਿਕਾਰਡ ਹੋਲਡਰ ਹੋ, ਤੁਸੀਂ ਪਤਾ ਨਹੀਂ ਕਿੰਨਾ ਕੁਝ ਜਿੱਤਿਆ, ਜਿਹਦਾ ਸ਼ਾਇਦ ਮੈਨੂੰ ਲੱਗਦਾ ਤੁਸੀਂ ਤਾਂ ਕਈ ਵਾਰ ਖੁਦ ਵੀ ਭੁੱਲ ਜਾਂਦਾ ਨਾ ਬੰਦਾ ਵੀ ਕੀ ਕੁਝ ਜਿੱਤਿਆ। ਪਰ ਉਸ ਤੋਂ ਫਿਰ ਚਲੋ ਇਹ ਫੇਮਸ ਹੋ ਗਏ, ਸਾਰਾ ਕੁਝ ਹੋ ਗਿਆ, 4 ਪੈਸੇ ਵੀ ਆਉਣ ਲੱਗ ਗਏ, ਪਰ ਉਸ ਤੋਂ ਬਾਅਦ ਦਾ ਰਿਸਪੌਂਸ, ਕਿਉਂਕਿ ਹਰ ਇੱਕ ਬੰਦਾ ਇਹ ਉਮੀਦ ਕਰਦਾ ਵੀ ਜੇ ਮੈਂ ਕੁਝ ਵੱਖਰਾ ਕਰ ਰਿਹਾ ਤਾਂ ਉਹ ਸਰਕਾਰ ਤੋਂ ਵੀ ਉਮੀਦਾਂ ਕਰਦਾ, ਠੀਕ ਹੈ, ਉਹ ਸੁਸਾਇਟੀ ਤੋਂ ਵੀ ਕਰਦਾ, ਸਾਰੀ। ਤੁਹਾਡੀਆਂ ਸਰਕਾਰ ਤੋਂ ਉਮੀਦਾਂ ਕੀ ਸੀ ਤੇ ਫਿਰ ਉਹਦੇ ਤੇ ਸਰਕਾਰ ਨੇ ਪੂਰੇ ਉਤਰੇ ਜਾਂ ਬਣੀ ਗੱਲ ਕਿ ਨਹੀਂ? ਕੋਈ ਸਰਕਾਰ ਵੱਲੋਂ ਤਾਂ ਤੁਸੀਂ ਯਕੀਨ ਨਹੀਂ ਮੰਨੋਗੇ, ਸਿਰਫ ਰਿਸਪੈਕਟ ਹੀ ਮਿਲ ਜੇ ਇਹੀ ਬਹੁਤ ਆ, ਹੋਰ ਉਹਨਾਂ ਵੱਲੋਂ ਕਦੀ 1 ਰੁਪਿਆ ਨਹੀਂ ਮਿਲਿਆ। ਤੁਸੀਂ ਆਪ ਸੋਚੋ, ਮੈਨੂੰ ਰਾਸ਼ਟਰਪਤੀ ਪੁਰਸਕਾਰ ਮਿਲ ਚੁੱਕਿਆ, ਮੈਨੂੰ ਅਜੇ ਤੱਕ ਸਟੇਟ ਅਵਾਰਡ ਨਹੀਂ ਮਿਲਿਆ, ਮੈਨੂੰ ਪੰਜਾਬ ਸਰਕਾਰ ਨੇ ਕੁਝ ਨਹੀਂ ਦਿੱਤਾ ਅਜੇ ਤੱਕ। ਕਿੰਨੀਆਂ ਸਰਕਾਰਾਂ ਬਦਲ ਕੇ ਜਾ ਚੁੱਕੀਆਂ, ਪਹਿਲਾਂ ਅਕਾਲੀ ਆਏ, ਫਿਰ ਕਾਂਗਰਸ ਆਈ, ਹੁਣ ਆਮ ਆਦਮੀ ਪਾਰਟੀ, ਕਿਸੇ ਦੀ ਕੋਈ ਸੁਣਵਾਈ ਨਹੀਂ, ਕੋਈ ਪੁੱਛ ਨਹੀਂ, ਕੋਈ ਜੌਬ ਨਹੀਂ, ਕੋਈ ਕੁਝ ਨਹੀਂ, ਕੋਈ ਲੈਣਾ ਨਹੀਂ ਦੇਣਾ ਨਹੀਂ। ਬੰਦਾ ਕੋਈ ਵਰਲਡ ਦੇ ਵਿੱਚ ਇਕੱਲਾ ਬਣਾ ਰਿਹਾ, ਪੰਜਾਬ ਦਾ ਨਾਮ ਰੋਸ਼ਨ ਕਰ ਰਿਹਾ, ਦੁਨੀਆ ਦੇ ਵਿੱਚ ਐਸਾ ਇੱਕ ਨਾਮ ਲੈ ਕੇ ਗਿਆ, ਇੰਡੀਆ ਦਾ ਨਾਮ ਰੋਸ਼ਨ ਕਰਿਆ ਜੀ। ਨੋ, ਕੋਈ ਪੁੱਛਦਾ ਨਹੀਂ ਜੀ, ਨਹੀਂ। ਮੇਰੀ ਫਾਈਲ ਜਾਂਦੀ ਰਹੀ ਹੈ, ਫਾਈਲ ਜਾਣ ਤੋਂ ਬਾਅਦ ਫਾਈਲ ਪਤਾ ਨਹੀਂ ਕੀ ਚੱਕਰ ਹੈ, ਅੱਗੇ ਜਾਂ ਤਾਂ ਪਹਿਲਾਂ ਸਿਲੈਕਟਡ ਹੁੰਦੇ ਆ ਲੋਕ। ਮੈਨੂੰ ਰਾਸ਼ਟਰਪਤੀ ਪੁਰਸਕਾਰ ਵਾਸਤੇ ਜਦ ਮੈंने ਅਪਲਾਈ ਕਰਿਆ ਸੀ ਤਾਂ ਮੈਨੂੰ ਪਹਿਲੀ ਵਾਰ ਮੈਂ ਰਿਜੈਕਟ ਹੋ ਗਿਆ ਸੀ 2018 ਦੇ ਵਿੱਚ। ਉਹ ਕਿਸੇ ਹੋਰ ਨੂੰ ਮਿਲ ਗਿਆ। ਤੇ ਜਦ ਮੈंने ਕੁਝ ਵੀ ਨਹੀਂ ਕਰਿਆ ਤਾਂ ਮੈਨੂੰ ਉੱਥੋਂ ਦੀ ਬੁਲਾਵਾ ਆ ਰਿਹਾ ਕਿ ਤੁਹਾਨੂੰ ਆਪਣੇ ਰਾਸ਼ਟਰਪਤੀ ਜੀ ਮਿਲਣਾ ਚਾਹੁੰਦੇ ਆ। 2020 ਚ ਮੈਨੂੰ ਖੁਦ ਉਹਨਾਂ ਦਾ ਨਿਯੋਤਾ ਆਇਆ ਕਿ ਉਹਨਾਂ ਨੇ ਕੀ ਕਰਿਆ ਸੀ, ਪੂਰੇ ਇੰਡੀਆ ਦੇ ਵਿੱਚੋਂ ਲੋਕ ਇਕੱਠੇ ਕਰੇ ਸੀ ਕਿ ਜਿਨ੍ਹਾਂ ਨੇ ਆਪਣੇ ਦਮ ਤੇ ਇੰਡੀਆ ਦਾ ਨਾਮ ਰੋਸ਼ਨ ਕਰਿਆ। ਉਹਦੇ ਵਿੱਚ ਉਹਨਾਂ ਨੇ ਉੱਪਰ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਉਹਨਾਂ ਨੇ ਸਾਰਿਆਂ ਨੂੰ ਇਕੱਠਾ ਕਰਿਆ ਸੀ। ਉਹਦੇ ਵਿੱਚ ਇੱਕ ਨਾਮ ਮੇਰਾ ਪੰਜਾਬ ਦੇ ਵਿੱਚੋਂ ਵੀ ਗਿਆ ਸੀ, ਜਿਹੜਾ ਮੈਨੂੰ ਉਹਨਾਂ ਨੇ ਇਨੋਵੇਸ਼ਨ ਪੁਰਸਕਾਰ ਦਿੱਤਾ ਕਿ ਮੰਨੇ ਗਿਆ ਕਿ ਤੁਸੀਂ ਮੈਨੂੰ ਕਿਵੇਂ ਲੱਭਿਆ। ਕਹਿੰਦੇ ਸੋਸ਼ਲ ਮੀਡੀਆ ਦੇ ਵਿੱਚ ਤੁਹਾਡਾ ਦੇਖਿਆ ਗਿਆ ਜੀ ਕਿ ਤੁਸੀਂ ਵਰਲਡ ਦੇ ਵਿੱਚ ਅਲੱਗ ਹਟ ਕੇ ਕੰਮ ਕਰ ਰਹੇ ਹੋ ਤੇ ਤੁਸੀਂ ਇੰਡੀਆ ਦਾ ਨਾਮ ਆਪਣੇ ਦਮ ਤੇ ਉੱਪਰ ਕਰਿਆ ਕਿ ਤੁਸੀਂ ਕਿਸੇ ਦੀ ਸਪੋਰਟ ਨਹੀਂ ਮਿਲੀ, ਨਾ ਤੁਹਾਨੂੰ ਸਰਕਾਰ ਦੀ ਸਪੋਰਟ ਮਿਲੀ, ਨਾ ਤੁਹਾਨੂੰ ਕਿਸੇ ਦੀ ਸਪੋਰਟ ਮਿਲੀ, ਤੁਸੀਂ ਆਪਣੀ ਮਿਹਨਤ ਨਾਲ ਉਰੇ ਤੱਕ ਪਹੁੰਚੇ ਹੋ।
ਇਸ ਕਰਕੇ ਤੁਹਾਨੂੰ ਸਰਕਾਰ ਨੇ ਇਨੋਵੇਸ਼ਨ ਪੁਰਸਕਾਰ ਦਿੱਤਾ। ਪਰ ਉਸ ਤੋਂ ਬਾਅਦ ਵੀ ਚਲੋ ਰਾਸ਼ਟਰਪਤੀ ਜੀ ਨੂੰ ਇਹ ਪਤਾ ਲੱਗ ਗਿਆ ਸਾਰਾ ਕੁਝ, ਤਾਂ ਇੱਕ ਹੁੰਦਾ ਹੀ ਨਾ ਬੰਦਾ ਚਲੋ ਜੌਬ ਨਹੀਂ ਦੇਣੀ ਵੱਖਰੀ ਗੱਲ ਹੈ, ਕੋਈ ਪ੍ਰਾਈਜ਼ ਮਨੀ ਦੇ ਦਿੰਦਾ ਬੰਦਾ, ਚਲੋ 10 20 25 30 ਲੱਖ ਰੁਪਇਆ। ਕੁਛ ਨਹੀਂ ਜੀ, 25 30 ਲੱਖ ਰੁਪਏ 25 30 100 ਨਹੀਂ ਦਿੱਤਾ ਇਹਨਾਂ ਨੇ। ਲੱਖ ਤਾਂ ਬੜੀ ਦੂਰ ਦੀ ਗੱਲ ਹੈ, ਕਿਉਂਕਿ ਦੇਖੋ ਸਟੇਟ ਅਵਾਰਡ ਨਹੀਂ ਦਿੱਤਾ ਅੱਜ ਤੱਕ, ਸਟੇਟ ਅਵਾਰਡ ਦੇ ਨਾਲ ਲੱਖ ਸਵਾ ਲੱਖ ਮਿਲਦਾ ਉਹ ਵੀ ਨਹੀਂ। ਉਹ ਕਹਿੰਦੇ ਹੁਣ ਕੈਂਸਲ ਹੀ ਕਰਤੇ ਇਹਨਾਂ ਨੇ, ਅਵਾਰਡ ਵੀ ਕੈਂਸਲ ਕਰਤੇ। ਪੰਜਾਬ ਦੇ ਅੰਦਰ ਬੰਦਾ ਕਿਹੜਾ ਇਨੋਵੇਸ਼ਨ ਕਰੇਗਾ, ਕੌਣ ਕਰੇਗਾ ਕਿ ਮੈਂ ਮਿਹਨਤ ਕਰਕੇ ਅੱਗੇ ਜਾ ਪਾਵਾਂ? ਤੁਸੀਂ ਹੌਸਲਾ ਹੀ ਨਹੀਂ ਵਧਾਉਂਦੇ ਬੰਦੇ ਦਾ। ਦੇਖੋ ਸੈਂਟਰ ਵਾਲੇ ਕਹਿੰਦੇ ਆ ਜੀ ਤੁਹਾਡੀ ਸਟੇਟ ਕਰੇਗੀ ਗਵਰਨਮੈਂਟ, ਸਾਡੀ ਉੱਥੇ ਸਰਕਾਰ ਨਹੀਂ ਹੈ, ਕਿਉਂਕਿ ਉੱਥੇ ਬੀਜੇਪੀ ਹੈ, ਉਰੇ ਹੁਣ ਆਮ ਆਦਮੀ ਪਾਰਟੀ ਹੈ, ਪਹਿਲਾਂ ਉਰੇ ਕਾਂਗਰਸ ਸੀ। ਹੁਣ ਇਹਨਾਂ ਦੇ ਆਪਸ ਦੇ ਰੋਲਿਆਂ ਪਿੱਛੇ ਜਿਹੜਾ ਬੰਦਾ ਮਿਹਨਤ ਕਰਦਾ ਉਹ ਵਿਚਾਰਾ ਪਿਸ ਜਾਂਦਾ, ਕਿਉਂਕਿ ਇਹਦੇ ਚ ਐਡੀ ਵੱਡੀ ਪ੍ਰੋਬਲਮ ਹੈਗੀ ਹੈ ਕਿ ਆਪਾਂ ਨਾ ਤਾਂ ਅੱਗੇ ਸਿਖਾ ਪਾ ਰਹੇ ਹਾਂ। ਹੁਣ ਮੈਂ ਬੱਚਿਆਂ ਨੂੰ ਸਿਖਾਉਣਾ, ਜਿੰਨਾ ਮੇਰੇ ਤੋਂ ਹੁੰਦਾ ਮੈਂ ਉਹਨਾਂ ਸਿਖਾ ਦਿੰਦਾ। ਤੁਸੀਂ ਫ੍ਰੀ ਵੀ ਸਿਖਾ ਰਹੇ ਹੋ ਮੈਨੂੰ? ਫ੍ਰੀ, ਹਾਂਜੀ ਹਾਂਜੀ, ਕੋਈ ਚਾਰਜ ਪੈਸਾ ਨਹੀਂ ਲੈਂਦੇ ਤੁਸੀਂ। ਪਰ ਤੁਸੀਂ ਇਹ ਦੇਖੋ, ਤੁਸੀਂ ਸਿਖਾ ਰਹੇ ਹੋ ਫ੍ਰੀ, ਪਰ ਤੁਹਾਨੂੰ ਅੱਜ ਤੱਕ ਗਵਰਨਮੈਂਟ ਇੱਥੋਂ ਤੱਕ ਕਰੇ ਵੀ ਕੋਈ ਇੰਸਟੀਚਿਊਟ ਕੋਈ ਜਗ੍ਹਾ ਪ੍ਰੋਵਾਈਡ ਕਰਾ ਦੇ ਵੀ ਤੁਸੀਂ ਸਿਖਾਈ ਦਿਓ? ਚਲੋ ਮੈਂ ਤਾਂ ਆਪ ਹੀ ਮੰਗ ਕੇ ਥੱਕ ਗਿਆ ਜੀ। ਮੈਂ ਤਾਂ ਉਹ ਐਡੇ ਫਾਈਲਾਂ ਬਣਾ ਕੇ ਭੇਜ ਚੁੱਕਿਆ, ਮੇਰੀ ਤਾਂ ਫਾਈਲਾਂ ਵੀ ਰੁੱਲ ਗਈਆਂ। ਹੁਣ ਤਾਂ ਮੇਰੇ ਕੋਲ ਹਿੰਮਤ ਹੀ ਨਹੀਂ ਹੈ ਫਾਈਲਾਂ ਵੀ ਦੇਣ ਦੀ ਕਿ ਮੈਨੂੰ ਇੱਕ ਇੰਸਟੀਚਿਊਟ ਦੀ ਜਗ੍ਹਾ ਤੇ। ਮੈਂ ਤਾਂ ਰਾਸ਼ਟਰਪਤੀ ਜੀ ਨੂੰ ਇਹ ਕਿਹਾ ਕਿ ਮੈਨੂੰ ਇੰਸਟੀਚਿਊਟ ਦੀ ਜਗ੍ਹਾ ਦਿੱਤੀ ਜਾਵੇ। ਮੈਂ ਚਾਹਨਾ ਕਿ ਮੈਂ ਬੱਚਿਆਂ ਨੂੰ ਫ੍ਰੀ ਸਿਖਾ ਪਾਵਾਂ ਕਿ ਇਹ ਆਰਟ ਮੇਰੇ ਨਾਲ ਹੀ ਨਾ ਖਤਮ ਹੋ ਜਾਏ। ਬਿਲਕੁਲ, ਜੇ ਇੰਡੀਆ 'ਚ ਹੈ ਤਾਂ ਕਿਸੇ ਬੱਚੇ ਨੂੰ ਇੱਕ ਨੂੰ ਵੀ ਮਿਲ ਗਿਆ ਅੱਗੇ ਹੋਰ ਨੂੰ ਵੀ ਸਿਖਾ ਦੇਗਾ ਕਿ ਮੇਰੇ ਨਾਲ ਹੀ ਨਾ ਖਤਮ ਹੋ ਜੇ। ਮੈਂ ਇਹ ਨਹੀਂ ਚਾਹੁੰਦਾ ਕਿ ਮੈਂ ਇਕੱਲਾ ਹੀ ਲੈ ਕੇ ਆਇਆ ਸੀ, ਮੈਂ ਇਕੱਲਾ ਹੀ ਲੈ ਕੇ ਨੂੰ ਚਲਾ ਜਾਵਾਂ, ਕਿ ਮੈਂ ਚਾਹਨਾ ਹੋਰ ਵੀ ਅੱਗੇ ਸਿੱਖ ਲੈਣ। ਪਰ ਇਹਦੇ ਵਿੱਚ ਕੋਈ ਸਰਕਾਰ ਦੀ ਕੋਈ ਸਪੋਰਟ ਨਹੀਂ, ਕੋਈ ਕੁਝ ਨਹੀਂ ਕਰਕੇ ਰਾਜੀ। ਮੈਂ ਤਾਂ ਵੀਡੀਓਜ਼ ਦੇ ਅੱਗੇ ਬੋਲ ਥੱਕ ਲਿਆ, ਕੁਝ ਨਹੀਂ ਹੋ ਸਕਦਾ ਜੀ, ਕੁਝ ਨਹੀਂ ਕਰਦੇ ਜੀ। ਤੁਸੀਂ ਜਿਸ ਤਰ੍ਹਾਂ ਸਟੂਡੈਂਟਸ ਨੂੰ ਸਿਖਾਉਂਦੇ ਹੋ, ਤੁਹਾਡਾ ਕੋਈ ਇਹੋ ਜਿਹਾ ਸਟੂਡੈਂਟ ਹੈ ਜਿਹੜਾ ਹੁਣ ਤੱਕ ਤੁਹਾਨੂੰ ਲੱਗਿਆ ਹੋਵੇ ਵੀ ਜੋ ਤੁਸੀਂ ਕਰ ਰਹੇ ਹੋ ਉਹ ਕਰ ਸਕਦਾ? ਨਹੀਂ ਜੀ ਨਹੀਂ, ਕਿਉਂਕਿ ਇਹ ਤਪੱਸਿਆ ਕਰਨ ਵਾਲਾ ਕੰਮ ਹੈ, ਭਗਤੀ ਵਾਲਾ ਕੰਮ ਹੈ। ਉਹ ਤਾਂ ਇਹ ਕਹਿੰਦਾ ਕਿ ਸਵੇਰੇ ਕੰਮ ਕਰੀਏ ਤੇ ਸ਼ਾਮ ਨੂੰ ਪੈਸੇ ਮਿਲ ਜਾਣ, ਉਹ ਇਹਨੂੰ ਜੌਬ ਸਮਝਦੇ ਆ। ਇਹ ਜੌਬ ਨਹੀਂ ਹੈ, ਇਹ ਤਾਂ ਭਗਤੀ ਹੈ। ਇਹਦੇ ਵਿੱਚ ਤੁਹਾਨੂੰ ਪਤਾ ਨਹੀਂ 2 ਸਾਲ ਬੈਠਣਾ ਪੈ ਜੇ, ਤੁਹਾਨੂੰ ਪਤਾ ਨਹੀਂ 5 ਸਾਲ ਬੈਠਣਾ ਪੈ ਜੇ, ਤੁਹਾਨੂੰ ਪਤਾ ਨਹੀਂ 10 ਸਾਲ ਬੈਠਣਾ ਪੈ ਜੇ, ਕਿਆ ਪਤਾ ਪੂਰੀ ਜ਼ਿੰਦਗੀ ਨਿਕਲ ਜੇ ਉਸ ਤੇ। ਮੇਰੀ ਤਾਂ ਪੂਰੀ ਜ਼ਿੰਦਗੀ ਨਿਕਲ ਗਈ, ਕਿਉਂਕਿ ਜਿਉਂ ਤੁਹਾਡੀ ਫਿਨਿਸ਼ਿੰਗ ਹੁੰਦੀ ਜਾਏਗੀ ਤੁਹਾਡਾ ਕੰਮ ਸਾਫ਼ ਹੁੰਦਾ ਜਾਏਗਾ। ਇਹਦੇ 'ਚ ਇਹ ਤਾਂ ਹੈ ਨਹੀਂ ਕਿ ਤੁਹਾਨੂੰ ਬਣਾਉਣਾ ਆ ਗਿਆ ਤਾਂ ਤੁਸੀਂ ਅੱਜ ਤੋਂ ਹੀ ਕਮਾਉਣਾ ਸ਼ੁਰੂ ਕਰ ਦੋਗੇ। ਹੁਣ ਮੰਨੇ ਆਪਣੇ ਕੰਮ ਨੂੰ ਹੌਲੀ ਹੌਲੀ ਕਰਕੇ ਸਾਫ਼ ਕਰਦੇ ਕਰਦੇ ਉਦੋਂ ਤੱਕ ਪਹੁੰਚਿਆ। ਹੁਣ ਉਸਦੇ ਵਿੱਚ ਬੰਦਾ ਇਹ ਦੇਖੋ, ਜਿਹੜਾ ਅਮੀਰ ਹੋਏਗਾ ਉਹ ਤਾਂ ਇਹ ਕੰਮ ਕਰੇਗਾ ਨਹੀਂ, ਕਿਉਂਕਿ ਉਹਦੇ ਕੋਲ ਆਲਰੇਡੀ ਪੈਸਾ ਹੈ। ਜਿਹੜਾ ਗਰੀਬ ਬੰਦਾ ਹੈ ਉਹ ਫਿਰ ਪੈਸੇ ਕਮਾਉਣ ਦੇ ਉੱਪਰ ਲੱਗੇਗਾ ਜਾਂ ਇਹ ਕੰਮ ਸਿੱਖਣ ਦੇ ਉੱਪਰ ਲੱਗੇਗਾ, ਉਹ ਵੀ ਨਹੀਂ ਕਰ ਸਕਦਾ। ਹਰ ਕੋਈ ਤੁਹਾਡੇ ਵਰਗਾ ਨਹੀਂ ਨਾ ਹੋ ਸਕਦਾ ਵੀ ਸਾਰਾ ਕੁਝ ਘਰਦਿਆਂ ਨੂੰ ਹੀ ਛੱਡਤਾ, ਕਹਿੰਦਾ ਦੇਖ ਲਓ। ਦੇਖੋ ਜੀ, ਜਿਹੜੇ ਬੰਦੇ ਨੇ ਕੁਝ ਕਰਨਾ ਹੁੰਦਾ ਨਾ ਉਹ ਤਾਂ ਫਿਰ ਮਰਨਾ ਹੀ ਹੁੰਦਾ। ਅਗਲਾ ਕਹਿੰਦਾ ਜਦ ਤੱਕ ਮੈਂ ਮਰਦਾ ਨਹੀਂ ਤਦ ਤੱਕ ਮੈਂ ਕਰਦਾ ਨਹੀਂ। ਜਾਂ ਤਾਂ ਮੈਂ ਇਹਦੇ ਵਿੱਚ ਕਰਕੇ ਮਰੂੰਗਾ ਜਾਂ ਮੈਂ ਕੁਝ ਕਰਕੇ ਦਿਖਾ ਜੂੰਗਾ। ਮੈਂ ਇਸ ਚੀਜ਼ ਤੋਂ ਸਫਲ ਹੋ ਗਿਆ ਕਿ ਮੈਂ ਕੁਝ ਐਸਾ ਹਟ ਕੇ ਕਰ ਗਿਆ ਕਿ ਮੈਂ ਰਵਾਂ ਨਾ ਨਵਾਂ, ਦੁਨੀਆ ਦੇ ਵਿੱਚ ਨਾਮ ਰਹੇਗਾ ਕਿ ਇਸ ਬੰਦੇ ਨੇ ਕੱਪੜੇ ਦੇ ਉੱਪਰ ਸਿਲਾਈ ਮਸ਼ੀਨ ਦੇ ਨਾਲ ਪਹਿਲੀ ਵਾਰ ਤਸਵੀਰ ਬਣਾਈ ਹੈ। ਉਹ ਮੈंने ਪੇਟੈਂਟ ਵੀ ਕਰਵਾ ਲਿਆ ਸੀ, ਦਾ ਨੀਡਲਮੈਨ ਨਾਮ ਵੀ ਪੇਟੈਂਟ ਕਰਵਾ ਲਿਆ ਸੀ। ਬਿਲਕੁਲ, ਕਿ ਇਹ ਚੀਜ਼ ਮੇਰੇ ਨਾਲ ਜੁੜ ਗਈ। ਪਰ ਇਹ ਕਿਸੇ ਹੋਰ ਦੇ ਨਾਲ ਵੀ ਚਲਦੀ ਰਹੇ ਕਿ ਅਗਲਾ ਉਹ ਵੀ ਕਰ ਸਕੇ। ਪਰ ਜਦ ਤੱਕ ਇਹਦੇ ਨਾਲ ਸਪੋਰਟ ਨਾ ਮਿਲੇ ਤਦ ਤੱਕ ਕੁਝ ਨਹੀਂ ਹੁੰਦਾ। ਬਾਹਰ ਦੇ ਲੋਕ ਵੀ ਕਹਿੰਦੇ ਪੈਸਾ ਲੈ ਲਓ ਜੀ, ਅਰੁਣ ਜੀ ਤੁਹਾਨੂੰ ਚਾਹੀਦੇ ਆ, ਮੈਨੂੰ ਲੋਕ ਸਪੋਰਟ ਵੀ ਕਰਦੇ ਆ। ਅੱਛਾ, ਬਾਹਰੋਂ ਵੀ, ਫੋਰਨ ਤੋਂ ਬੜੀ ਦੁਨੀਆ ਹੈ। ਮੇਰੇ ਤੋਂ ਪੋਰਟਰੇਟ ਵੀ ਬਣਾਉਂਦੇ ਆ, ਮੈਨੂੰ ਕਹਿੰਦੇ ਦੱਸੋ ਤੁਹਾਡੀ ਹੈਲਪ ਕਰਨੀ ਚਾਹੀਏ। ਬੜੇ ਲੋਕਾਂ ਨੇ ਅੱਜ ਤੱਕ ਮੈंने ਕਦੀ ਕਿਸੇ ਕੋਲੋਂ ਰੁਪਈਆ ਨਹੀਂ ਲਿਆ ਕਿ ਜੋ ਮੈਂ ਫ੍ਰੀ ਦਾ ਲਵਾਂ। ਐਸੇ ਤੱਕ ਲੋਕ ਬਾਹਰ ਦੇ ਆਏ ਆ ਕਿ ਜਿਹੜੇ ਮੇਰੇ ਨਾਲ 5 ਮਿੰਟ ਗੱਲ ਕਰਨ ਦੇ ਕਹਿੰਦੇ ਅਰੁਣ ਜੀ ਦੱਸੋ ਕਿੰਨੇ ਹੋ ਗਏ ਤੁਹਾਡੇ? 5000 ਹੋ ਗਿਆ, 10000 ਹੋ ਗਿਆ, 15। ਕਿ ਉਹਨਾਂ ਨੂੰ ਇਹ ਕਿ ਇਹ ਸੈਲੀਬ੍ਰਿਟੀ ਹੈ, ਗੱਲ ਕਰਨ ਦੇ ਵੀ ਪੈਸੇ ਲਏਗਾ। ਉਹ ਮੈਂ ਕਿਹਾ ਨਹੀਂ ਸਰ, ਮੈਂ ਤੋਂ ਕੁਝ ਬਣਵਾ ਲਓ, ਮੈਂ ਉਹਦੇ ਪੈਸੇ ਲਵਾਂਗਾ, ਮਿਹਨਤ ਦੇ ਪੈਸੇ ਲਵਾਂਗਾ। ਮੈंने ਸ਼ੁਰੂ ਤੋਂ ਲੈ ਕੇ ਹੁਣ ਤੱਕ ਮਿਹਨਤ ਦੇ ਹੀ ਲਏ ਆ। ਤਾਂ ਹੀ ਮੈਂ ਥੋੜਾ ਕਰਦਾ, ਥੋੜਾ ਕਮਾਨਾ, ਥੋੜਾ ਖਾਣਾ, ਪਰ ਮੈਂ ਖੁਸ਼ੀ ਨਾਲ ਚੱਲ ਰਿਹਾ। ਮੈਨੂੰ ਨੀਂਦ ਆਉਂਦੀ ਹੈ ਕਿ ਮੈਂ ਕਿਸੇ ਦਾ ਗਲਤ ਨਹੀਂ ਕਮਾ ਰਿਹਾ, ਮੈਂ ਕਦੀ ਕਿਸੇ ਦਾ ਕੋਈ ਹਰਾਮ ਦਾ ਪੈਸਾ ਨਹੀਂ ਕਮਾ ਰਿਹਾ, ਮੈਂ ਮਿਹਨਤ ਕਰਕੇ ਕਮਾ ਰਿਹਾ। ਜਿੰਨਾ ਮੈਨੂੰ ਮਿਲਦਾ ਹੈ ਉਨਾ ਬਹੁਤ ਹੈ, ਚਾਹੇ ਮੇਰੇ ਕੋਲ ਥੋੜਾ ਹੈ ਪਰ ਮੈਨੂੰ ਸਬਰ ਹੈ, ਸੰਤੋਖ ਹੈ ਜੀ। ਤੁਸੀਂ ਇੱਕ ਗਾਣਾ ਸੁਣਿਆ ਹੋਣਾ ਹੈ, ਹਰਜੀਤ ਹਰਮਨ ਹੁੰਦਾ, ਕਹਿੰਦੇ ਸਦਰ ਬਜਾਜ ਵਿੱਚ ਸਦਰ ਬਾਜ਼ਾਰ ਵਿੱਚ ਜਿੰਨੇ ਆ ਬਜਾਜ ਨਹੀਂ, ਸਭ ਨਾਲ ਹੁੰਦੀ ਪੈਸੇ ਵਾਲੀ ਸਾਂਝ ਨਹੀਂ, ਜਿੱਥੋਂ ਮਰਜ਼ੀ ਸੂਟ ਪਟਵਾਲੀ, ਮਿੱਤਰਾਂ ਦਾ ਨਾਂ ਚੱਲਦਾ। ਸੋ ਜਿਹੜਾ ਮਿੱਤਰਾਂ ਦਾ ਨਾਂ ਚੱਲਦਾ ਉਹ ਇਹਨਾਂ ਦਾ ਨਾਂ ਹੀ ਚੱਲਦਾ ਹੈ, ਬਜਾਜ ਜਿਹੜੀ ਗਾਣੇ ਦੇ ਵਿੱਚ ਹੋਈ ਹੈ। ਹਰਜੀਤ ਹਰਮਨ, ਹੁਣ ਤੁਸੀਂ ਰਾਜਵੀਰ ਜਵੰਦੇ ਉਹਨਾਂ ਦੀ ਡਰੈਸ ਵੀ ਬਣਾ ਰਹੇ ਹੋ ਹਨਾ, ਤੇ ਤੁਸੀਂ ਹਰਜੀਤ ਹਰਮਨ ਉਹਨਾਂ ਦੇ ਨਾਲ ਤੁਸੀਂ ਦੱਸ ਰਹੇ ਹੋ ਤੁਹਾਡੀ ਬਹੁਤ ਜ਼ਿਆਦਾ ਸਾਂਝ ਹੈ। ਸੋ ਜਦੋਂ ਇਹਨਾਂ ਦੇ ਨਾਲ ਤੁਹਾਡਾ ਰਾਬਤੇ ਜੋ ਤੁਸੀਂ ਦੇਖੋ, ਲੋਕਾਂ ਨੇ ਉਹਨਾਂ ਨੂੰ ਐਜ਼ ਆਰਟਿਸਟ ਦੇਖਿਆ, ਤੁਸੀਂ ਉਹਨਾਂ ਨੂੰ ਐਜ਼ ਅ ਹਿਊਮਨ ਦੇਖਿਆ, ਇਨਸਾਨ ਦੇ ਤੌਰ ਤੇ। ਕਿਸ ਤਰ੍ਹਾਂ ਦਾ ਤੁਹਾਡਾ ਰਾਬਤਾ ਉਹਨਾਂ ਦੇ ਨਾਲ ਰਿਹਾ? ਕਿਸ ਤਰ੍ਹਾਂ ਦੀ ਯਾਰੀ ਦੋਸਤੀ ਰਹੀ ਹੈ ਸਾਰੀ? ਬਹੁਤ ਵਧੀਆ ਜੀ। ਸਿੰਗਰ ਬਹੁਤ ਵਧੀਆ ਰਿਹਾ, ਹਰਜੀਤ ਹਰਮਨ ਹੋ ਗਿਆ, ਸੁਰਜੀਤ ਖਾਨ, ਮਨਿੰਦਰ ਮੰਗਾ, ਬਹੁਤ ਲੋਕ ਹੈ। ਮਾਨ ਸਾਹਿਬ ਦੀਆਂ ਡਰੈਸਾਂ, ਮਾਨ ਸਾਹਿਬ ਬਹੁਤ ਅੱਛੀ ਰੂਹ ਹੈ ਤੇ ਬਹੁਤ ਵਧੀਆ ਬੰਦੇ ਆ। ਹਰਮਨ ਵੀ ਬਹੁਤ ਵਧੀਆ ਬੰਦਾ, ਇੰਨਾ ਪਿਆਰ ਦੇਣ ਵਾਲਾ ਬੰਦਾ। ਜਦ ਵੀ ਉਹਨਾਂ ਉਹ ਬਸ ਉਹਨੇ ਕਹਿਣਾ ਯਾਰਾ ਇਹ ਮੰਗਾ ਲਾ, ਪਕੌੜੇ ਮੰਗਾ ਲਾ, ਅੱਜ ਇਹ ਮੰਗਾ ਲਾ। ਸਾਡੀ ਤਾਂ ਇਦਾਂ ਦੀ ਹੁੰਦੀ ਸੀ। ਜਵੰਦੇ ਨਾਲ ਮੇਰਾ ਅੱਜ ਦਾ ਵਾਹ ਨਹੀਂ ਹੈ, ਜਵੰਦੇ ਨਾਲ ਮੈਂ ਜਵੰਦਾ ਹੀ ਕਹਿ ਰਿਹਾ। ਅੱਜ ਮੈਂ ਕੋਈ ਰਿਸਪੈਕਟ ਨਹੀਂ, ਕਿਉਂਕਿ ਮੇਰਾ ਦੋਸਤ ਆ, ਉਹ ਮੇਰਾ ਯਾਰ ਹੈ। ਕਿਉਂਕਿ ਅਸੀਂ ਘੱਟੋ ਘੱਟ 17-18 ਸਾਲ ਪਹਿਲਾਂ ਉਹਦੀ ਡਰੈਸਾਂ ਬਣਾਈਆਂ, ਅੱਜ ਵੀ ਜਵੰਦੇ ਨੇ ਸਾਂਭ ਕੇ ਰੱਖੀਆਂ ਹੋਈਆਂ। ਅੱਜ ਉਹਦਾ ਪਰਮਾਤਮਾ ਨੇ ਉਹਦਾ ਬਾਹ ਫੜੀ ਹੈ, ਉਹ ਤਰੱਕੀ ਕਰ ਰਿਹਾ। ਮੈਂ ਕਹਿੰਦਾ ਪਰਮਾਤਮਾ ਨੂੰ ਹੋਰ ਤਰੱਕੀ ਦੇਵੇ, ਕਿਉਂਕਿ ਮਿਹਨਤ ਕਰੀ ਹੈ ਉਹਨੇ, ਬਹੁਤ ਮਿਹਨਤ ਕਰੀ ਹੈ ਜਵੰਦੇ ਨੇ।
दिन रात कल्ला ही लग्या रहिंदा सी, रियाज करदा रहिंदा सी। जद जबंदे ने मेरे तो पहले ड्रेसां बनाईयां सी, उस टाइम जबंदे कोले पैसे नहीं सी, जद ਉਹਨੇ बड़ी औखियां मेरे तो ड्रेसां बनवाईयां सी। ਤੇ ਅੱਜ ਜਬੰਦਾ ਮੇਰੇ ਤੋਂ ਬਣਵਾਉਂਦਾ ਕਿਉਂਕਿ ਮੇਰਾ ਉਹਦੇ ਨਾਲ ਪਿਆਰ ਹੈ। ਮੈਂ ਡਰੈਸਾਂ ਨਹੀਂ ਬਣਾ ਰਿਹਾ, ਪਰ ਮੈਨੂੰ ਜਬੰਦਾ ਕਹਿੰਦਾ ਭਾਜੀ ਤੁਸੀਂ ਬਣਾ ਕੇ ਦੋਗੇ, ਪਰ ਮੈਂ ਡਰੈਸਾਂ ਬਣਾ ਰਿਹਾ ਕਿਉਂਕਿ ਮੇਰਾ ਯਾਰ ਹੈ। ਯਾਰ ਹੈ, ਸਿਰਫ ਯਾਰੀ ਕਰਕੇ ਜੀ। ਬਜਾਜ ਜੀ, ਜਿਸ ਤਰ੍ਹਾਂ ਆਪਾਂ ਸਾਰੀਆਂ ਗੱਲਾਂ ਕਰ ਲਈਆਂ, ਕੋਈ ਸਪੋਰਟ ਨਹੀਂ ਹੈ, ਤੁਸੀਂ ਹੁਣ ਕਹਿ ਰਹੇ ਹੋ ਫਾਈਨੈਂਸ਼ੀਅਲੀ ਤੁਸੀਂ ਸਟੇਬਲ ਹੋ ਗਏ ਹੋ, ਤੁਸੀਂ ਆਪਦਾ ਘਰ-ਬਾਰ ਹੈ ਜਿਹੜਾ ਉਹ ਪਾ ਲਿਆ ਹੈ, ਪਰਿਵਾਰ ਸਭ ਸਹੀ ਚੱਲ ਰਿਹਾ ਹੈ, ਪਰ ਫਿਰ ਵੀ ਬੰਦੇ ਦਾ ਇੱਕ ਹੁੰਦਾ ਨਾ ਵੀ ਆਹ ਚੀਜ਼ ਹੈ ਹੁਣ ਲਾਸਟ ਇਹ ਰਹਿ ਗਈ, ਇਹ ਮੈਂ ਹਾਲੇ ਕਰਨੀ ਹੈ, ਜਾਂ ਕੋਈ ਖੁਆਇਸ਼ ਇਹੋ ਜੀ ਜਾਂ ਸਰਕਾਰ ਤੋਂ ਕੋਈ ਇਹੋ ਜਿਹਾ ਸੁਨੇਹਾ ਹੋ ਸਕਦਾ ਸਾਡੇ ਚੈਨਲ ਦੇ ਜ਼ਰੀਏ ਉਹ ਸਰਕਾਰ ਤੱਕ ਪਹੁੰਚ ਜੇ, ਜਾਂ ਤੁਹਾਡੀ ਕੋਈ ਇਹੋ ਜੀ ਤਮੰਨਾ ਜਿਹੜੀ ਵੀ ਰਹਿੰਦੀ ਹੋਵੇ? ਬਸ ਮੇਰੀ ਤਾਂ ਇਹੀ ਤਮੰਨਾ ਸੀ ਜੀ ਕਿ ਮੈਂ ਇਹਨੂੰ ਅੱਗੇ ਸਿਖਾ ਪਾਵਾਂ, ਕਿ ਮੈਨੂੰ ਕੋਈ ਐਸੀ ਇੰਸਟੀट्यूट ਦੀ ਜਗ੍ਹਾ ਮਿਲ ਸਕੇ ਜਾਂ ਸਰਕਾਰ ਮੇਰੀ ਸਪੋਰਟ ਕਰ ਸਕੇ। ਅੱਜ ਕੱਲ੍ਹ ਤਾਂ ਕਹਿ ਰਹੇ ਕਿ ਆਮ ਆਦਮੀ ਪਾਰਟੀ ਸਰਕਾਰ ਬੜੀ ਕਰ ਰਹੇ ਹੈ ਕਿ ਜਿਹੜਾ ਕੋਈ ਅਲੱਗ ਤੋਂ ਕੰਮ ਕਰ ਰਿਹਾ ਉਹਨੂੰ ਬੜੀ ਸਪੋਰਟ ਦੇ ਰਹੇ ਹੈ, ਇਨੋਵੇਸ਼ਨ ਨੂੰ ਬੜੀ ਸਪੋਰਟ ਦੇ ਰਹੇ ਹੈ। ਕਿੱਥੇ ਦੇ ਰਹੇ ਹੈ ਜੀ? ਮੈਂ ਵੀ ਤਾਂ ਇਨੋਵੇਸ਼ਨ ਹੀ ਕਰੀ ਹੋਈ ਹੈ। ਸਭ ਨੂੰ ਪਤਾ ਹੈ, ਸਭ ਐਮਐਲਏ ਨੂੰ ਪਤਾ, ਸਭ ਨੂੰ ਪਤਾ ਅਰੁਣ ਬਜਾਜ ਕੌਣ ਹੈ, ਨੀਡਲਮੈਨ ਕੌਣ ਹੈ, ਸਾਰੀ ਦੁਨੀਆ ਨੂੰ ਪਤਾ ਕੌਣ ਹੈ ਜੀ, ਪਰ ਸਪੋਰਟ ਨਹੀਂ ਮਿਲਦੀ। ਮੈਂ ਸਿਰਫ ਇਹ ਚਲੋ ਮੈਂ ਆਪਣੀ ਸਰਕਾਰ ਨਾਲ ਮਿਲ ਕੇ ਮੈਂ ਫੋਰਨ ਦੇ ਵਿੱਚ ਐਗਜੀਬਿਸ਼ਨ ਲਾਣਾ ਚਾਹੁੰਦਾ, ਮੈਂ ਪੰਜਾਬ ਦਾ ਨਾਮ ਰੋਸ਼ਨ ਕਰਨਾ ਚਾਹੁੰਦਾ, ਦਿਓ ਮੇਰੀ ਸਪੋਰਟ। ਜੋ ਮੈਂ ਉੱਥੋਂ ਦੀ ਕਮਾਵਾਂਗਾ ਤਾਂ ਮੈਂ ਆਪਣਾ ਇੰਸਟੀट्यूट ਖੋਲਾਂਗਾ, ਆਪ ਖੋਲ ਲਾਂਗਾ। ਹੁਣ ਇਹ ਅੱਗੇ ਜਾ ਕੇ ਟੀਚਰ ਨੂੰ ਵੀ ਤਾਂ ਬਾਹਰ ਭੇਜ ਰਹੇ ਆ ਨਾ ਜੀ, ਬਿਲਕੁਲ ਸਿੱਖਣ ਵਾਸਤੇ। ਹੁਣ ਮੈਂ ਜਦ ਅੱਗੇ ਜਾ ਰਿਹਾ ਬਾਹਰ, ਮੈਂ ਉੱਥੇ ਜਾ ਕੇ ਐਗਜੀਬਿਸ਼ਨ ਲਗਾਵਾਂਗਾ, ਮੈਂ ਪੰਜਾਬ ਦੇ ਸਿਰ ਤੇ ਚੱਲਦਾ, ਮੈਂ ਆਪਣੇ ਸਿਰ ਤੇ ਨਹੀਂ ਜਾਂਦਾ, ਮੈਂ ਪੰਜਾਬ ਸਰਕਾਰ ਦੇ ਸਿਰ ਤੇ ਚਲਾ ਜਾਂਦਾ ਕਿ ਮੈਨੂੰ ਪੰਜਾਬ ਸਰਕਾਰ ਨੇ ਭੇਜਿਆ, ਕਿਉਂਕਿ ਆਪਣੇ ਖਿਡਾਰੀ ਜਾਂਦੇ ਆ ਖੇਡਣ ਵਾਸਤੇ ਪੰਜਾਬ ਸਰਕਾਰ ਵੱਲੋਂ, ਮੈਂ ਐਗਜੀਬਿਸ਼ਨ ਵਾਸਤੇ ਕੰਪੀਟੀਸ਼ਨ ਬਾਹਰ ਬਹੁਤ ਕੰਪੀਟੀਸ਼ਨ ਹੁੰਦੇ ਆ। ਆਰ ਵਰਲਡ ਥ੍ਰੈਡ ਫੈਸਟੀਵਲ ਲੱਗਦਾ ਜੀ ਉੱਥੇ ਆਪਣੇ ਅਮਰੀਕਾ ਦੇ ਵਿੱਚ। ਅੱਛਾ ਜੀ। ਦੁਨੀਆ ਦੇ ਸਭ ਤੋਂ ਵੱਡੇ ਵੱਡੇ ਆਰਟਿਸਟ ਆਉਂਦੇ ਆ ਉੱਥੇ। ਉੱਥੇ ਮੈਂ 3 ਵਾਰ ਰਿਜੈਕਟ ਹੋ ਚੁੱਕਿਆ ਸਿਰਫ ਪੈਸਿਆਂ ਪਿੱਛੇ। ਨਾਮ ਮੇਰਾ ਸਿਲੈਕਟ ਹੈ, ਅੱਛਾ ਨਾਮ ਮੇਰਾ ਸਿਲੈਕਟ ਹੈ, ਸਿਰਫ ਮੈਂ ਪੈਸਿਆਂ ਪਿੱਛੇ ਨਹੀਂ ਜਾ ਪਾਉਂਦਾ। ਫਾਈਨੈਂਸ਼ਲੀ ਕੋਈ 3-4 ਲੱਖ ਰੁਪਏ ਲੱਗ ਚੱਲੇਗਾ ਉੱਥੇ ਤਾਂ ਮੈਂ ਚੱਲਾਂਗਾ, ਕਿਉਂਕਿ ਉਹ ਕਹਿੰਦੇ ਤੁਹਾਡਾ ਤਾਂ ਕੰਮ ਹੀ ਬੜਾ ਅਲੱਗ ਹੈ, ਕਿਉਂਕਿ ਮੇਰਾ ਕੰਮ ਡਿਫਰੈਂਟ ਹੈ। ਮੈਂ ਪੋਰਟਰੇਟ ਬਣਾਉਣਾ ਧਾਗੇ ਨਾਲ। ਉਹ ਕੀ ਕਰਦੇ ਆ, ਕੋਈ ਕੈਂਚੀ ਦੇ ਉੱਪਰ ਧਾਗਾ ਲਪੇਟ ਰੱਖਿਆ, ਕਿਸੇ ਨੇ ਮੋਬਾਈਲ ਦੇ ਉੱਪਰ, ਕਿਸੇ ਨੇ ਧਾਗੇ ਲਟਕਾ ਕੇ ਕੋਈ ਚੀਜ਼ ਬਣਾ, ਉਹ ਐਵੇਂ ਥ੍ਰੈਡਾਂ ਦਾ ਕੰਮ ਹੈ ਸਾਰਾ, ਪਰ ਪੋਰਟਰੇਟ ਬਣਾਉਣ ਵਾਲਾ ਮੈਂ ਇਕੱਲਾ ਬੰਦਾ। ਉਹ ਕਹਿੰਦੇ ਸਰ ਤੁਸੀਂ ਉੱਥੇ ਆਓ, ਤੁਹਾਡੇ ਵਰਗਾ ਤਾਂ ਬੰਦਾ ਹੀ ਨਹੀਂ, ਮਸ਼ੀਨ ਲੈ ਕੇ ਲਾਈਵ ਬਣਾਓਗੇ, ਲੋਕ ਦੇਖਣਗੇ ਕਿ ਇਹ ਸਿਲਾਈ ਮਸ਼ੀਨ ਨਾਲ ਪੋਰਟਰੇਟ ਕਿਵੇਂ ਬਣ ਰਿਹਾ। ਮੈਂ ਇਸੇ ਕਰਕੇ ਚਾਹੁੰਦਾ ਸੀ ਸਰਕਾਰ ਸਪੋਰਟ ਦੇਵੇ ਜਾਂ ਕੋਈ ਐਸਾ ਸਪੋਰਟ ਦੇਵੇ ਕਿ ਜਿਹਨਾਂ ਆਪਾਂ ਬਾਹਰ ਜਾ ਕੇ ਕਰ ਸਕੀਏ ਤੇ ਆਪਣੇ ਪੰਜਾਬ ਦਾ, ਇੰਡੀਆ ਦਾ ਨਾਮ ਰੋਸ਼ਨ ਕਰ ਸਕਾਂ। ਕਿ ਉਹਦੇ ਨਾਲ ਮੈਂ ਕਮਾਈ ਕਰਦਾ ਤਾਂ ਮੈਂ ਫਿਰ ਇੰਸਟੀट्यूट ਖੋਲਦਾ ਉਰੇ, ਕਿਵੇਂ ਨਹੀਂ ਹੁੰਦਾ ਸਭ ਕੁਝ, ਪਰ ਸਪੋਰਟ ਦੀ ਬਹੁਤ ਜ਼ਰੂਰੀ ਹੈ। ਕੱਲਾ ਸ਼ੁਰੂ ਤੋਂ ਚੱਲਿਆ ਸੀ, ਅੱਜ ਵੀ ਕੱਲਾ ਹੀ ਕਰ ਰਿਹਾ, ਕੱਲਾ ਹੀ ਚੱਲ ਰਿਹਾ ਜੀ, ਇਸੇ ਕਰਕੇ ਸਪੋਰਟ ਮੰਗਦੇ ਜੀ। ਅਰੁਣ ਜੀ, ਅਸੀਂ ਤੁਹਾਡੇ ਬਿਹਤਰ ਭਵਿੱਖ ਦੇ ਲਈ ਦੁਆਵਾਂ ਕਰਦੇ ਹਾਂ, ਬੈਸਟ ਆਫ ਲੱਕ ਵਿਸ਼ ਕਰਦੇ ਹਾਂ। ਉਮੀਦ ਕਰਦੇ ਹਾਂ ਵੀ ਹੋ ਸਕਦਾ ਸਾਡੀ ਇੰਟਰਵਿਊ ਦੇ ਜ਼ਰੀਏ ਕੋਈ ਨਾ ਕੋਈ ਸੁਨੇਹਾ ਪਹੁੰਚ ਜੇ, ਤੁਸੀਂ ਹੋਰ ਜ਼ਿਆਦਾ ਉੱਭਰੋ, ਕਿਉਂਕਿ ਅਸੀਂ ਦੇਖ ਰਹੇ ਹਾਂ ਤੁਸੀਂ ਅੱਜ ਵੀ ਉਸੇ ਦੁਕਾਨ 'ਚ ਬੈਠੇ ਹੋ ਜਿੱਥੇ ਤੁਹਾਡੇ ਫਾਦਰ ਸਾਹਿਬ ਕੰਮ ਕਰਦੇ ਹੁੰਦੇ ਸੀਗੇ। ਇਹਦੇ ਨਾਲੋਂ ਨਹੀਂ ਤੁਸੀਂ ਟੁੱਟੇ, ਹਾਲਾਂਕਿ ਤੁਸੀਂ ਹੋਰ ਦੁਕਾਨਾਂ ਲੈ ਸਕਦੇ ਹੋ, ਪਰ ਇੱਥੇ ਬੈਠੇ ਫਾਦਰ ਸਾਹਿਬ ਕਰਕੇ ਇੱਥੇ ਬੈਠੇ ਰਹਿੰਦੇ ਹੋ ਜੀ। ਇੱਕ ਤਾਂ ਪੁਰਾਣੀ ਸ਼ਾਪ ਹੈ ਜੀ, ਮੇਰੀ ਬਚਪਨ ਉਰੇ ਮੇਰਾ ਬੀਤਿਆ ਜੀ। ਇੱਕ ਜਿਵੇਂ ਦਾ ਵੀ ਮੈਂ ਕਹਿੰਦਾ ਨਾ, ਕੁੱਲੀ ਦੇ ਵਿੱਚ ਮਜ਼ਾ ਆਉਂਦਾ, ਜਿਹੜਾ ਕੋਈ ਬੰਦਾ ਜਾਪ ਕਰ ਰਿਹਾ ਹੋਵੇ, ਪਾਠ ਕਰ ਰਿਹਾ ਹੋਵੇ, ਤਪ ਕਰ ਰਿਹਾ ਹੋਵੇ, ਉਹ ਕੁੱਲੀ ਚੰਗੀ ਲੱਗਦੀ ਹੈ। ਉਹ ਜਿਵੇਂ ਮਰਜ਼ੀ ਆ ਕੇ ਬਹਿ ਜਾਂਦਾ, ਉਹਦੇ ਮੈਨੂੰ ਆਰਾਮ ਮਿਲਦਾ। ਅਗਰ ਮੈਂ ਇਸ ਤੋਂ ਵਧੀਆ ਕੁਝ ਵਧੀਆ ਹਾਈ ਫਾਈ ਪਾ ਕੇ ਬਹਿ ਜਾਵਾਂਗਾ, ਸੋਫੇ ਲਾ ਲਾਂਗਾ, ਟੇਬਲ ਅੱਛਾ ਲਾ ਲਾਂਗਾ, ਕਿ ਦਿਖਾਵਾ ਕਰ ਲਾਂਗਾ, ਉਹ ਮੇਰੇ ਤੋਂ ਨਹੀਂ ਹੁੰਦਾ। ਮੈਂ ਜਿਵੇਂ ਪਹਿਲਾਂ ਸੀ ਉਵੇਂ ਮੈਂ ਅੱਜ ਆ। ਨਾਮ ਮੇਰਾ ਚਾਹੇ ਬੇਸ਼ੱਕ ਦੁਨੀਆ ਜਾਣਦੀ ਹੋਵੇ, ਪਰ ਮੈਂ ਇੱਕ ਜ਼ਮੀਨ ਦੇ ਨਾਲ ਜੁੜਿਆ ਰਹਿਣਾ ਚਾਹੁੰਦਾ ਕਿ ਜਿਵੇਂ ਮੈਂ ਪਹਿਲਾਂ ਸੀ ਅੱਜ ਵੀ ਮੈਂ ਉੱਦਾਂ ਰਵਾਂ, ਜਦ ਮੈਂ ਉਰੋਂ ਚਲਾ ਜਾਵਾਂ ਤਦ ਵੀ ਮੈਂ ਉੱਦਾਂ ਹੀ ਰਵਾਂ। ਕਿ ਮੇਰੇ ਕੋਈ ਪਰਮਾਤਮਾ ਏਦਾਂ ਨਾ ਹੋ ਜਾਏ ਕਿ ਮੈਂ ਕਿਸੇ ਦਾ ਹੰਕਾਰ ਨੂੰ ਗਲਤ ਬੋਲਦਾ ਨਾ, ਪਰਮਾਤਮਾ ਕਦੀ ਵੀ ਨਾ ਕਰਾਏ ਜੀ। ਉਹਦਾ ਸ਼ੁਕਰ ਕਰਦਾ ਕਿ ਜਿੰਨਾ ਵੀ ਉਹਨੇ ਮੈਨੂੰ ਅੱਜ ਤੱਕ ਦਿੱਤਾ, ਮੇਰੀ ਸਪੋਰਟ ਕਰੀ, ਉਹਦਾ ਸ਼ੁਕਰ ਹੈ। ਪਰਮਾਤਮਾ ਵੱਲੋਂ ਕਦੀ ਕਿਸੇ ਚੀਜ਼ ਦੀ ਕਮੀ ਨਹੀਂ ਰਹੀ ਜੀ। ਜੀ ਅਰੁਣ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਧੰਨਵਾਦ। ਤੁਸੀਂ ਆਪਦੇ ਕੰਮ ਦੇ ਵਿੱਚੋਂ ਸਮਾਂ ਕੱਢ ਕੇ ਜਿਹੜਾ ਸਾਨੂੰ ਸਮਾਂ ਦਿੱਤਾ ਹੈਗਾ। ਸੋ ਉਮੀਦ ਕਰਦੇ ਹਾਂ ਕਿ ਅਸੀਂ ਜਦੋਂ ਅਗਲੀ ਟਾਈਮ ਨੈਕਸਟ ਟਾਈਮ ਤੁਸੀਂ ਇੰਟਰਵਿਊ ਅਸੀਂ ਤੁਹਾਡੀ ਕਰਾਂਗੇ ਤਾਂ ਜਿਹੜੀਆਂ ਹੁਣ ਸ਼ਿਕਾਇਤਾਂ ਕੁਝ ਨੇ, ਉਮੀਦ ਕਰਦੇ ਹਾਂ ਵੀ ਉਹ ਦੂਰ ਹੋ ਜਾਣ। ਸੋ ਸਰਕਾਰ ਨੂੰ ਵੀ ਅਸੀਂ ਬੇਨਤੀ ਕਰਦੇ ਹਾਂ ਕਿ ਇਹੋ ਜਿਹੇ ਲੋਕ ਜਿਨ੍ਹਾਂ ਕੋਲੇ ਵਾਕਈ ਟੈਲੈਂਟ ਹੈ, ਤੇ ਦੁਨੀਆ ਦੇ ਵਿੱਚ ਇਕਲੌਤਾ ਟੈਲੈਂਟ ਹੈ, ਸਭ ਤੋਂ ਵੱਡੀ ਗੱਲ। ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ 2-4 ਲੋਕ ਕਰਦੇ ਨੇ, ਪਰ ਇਹ ਇਕਲੌਤੇ ਨੇ ਜਿਹੜੇ ਅਜਿਹਾ ਕੁਝ ਕਰਦੇ ਨੇ। ਸੋ ਤੁਸੀਂ ਕੋਸ਼ਿਸ਼ ਕਰੋ ਵੀ ਇਹਨਾਂ ਤੱਕ ਪਹੁੰਚੋ ਤੇ ਇਹਨਾਂ ਨੂੰ ਜਿੱਥੇ ਜਾਣਾ ਚਾਹੁੰਦੇ ਨੇ ਕਮ ਸੇ ਕਮ ਉੱਥੇ ਭੇਜੋ, ਤੇ ਇਹਨਾਂ ਦਾ ਟੈਲੈਂਟ ਅੱਗੇ ਭੇਜਣ ਦੀ ਇਹਨਾਂ ਨੂੰ ਜ਼ਰੀਆ ਜਿਹੜਾ ਉਹ ਜ਼ਰੂਰ ਬਣੋ। ਸੋ ਤੁਸੀਂ ਇਸ ਜਿਹੜੀ ਇੰਟਰਵਿਊ ਦੀ ਰਾਏ ਹੈ, ਇਸ ਕਮੈਂਟ ਬਾਕਸ ਦੇ ਜ਼ਰੀਏ ਜਿਹੜੀ ਫੀਡਬੈਕ ਆ ਉਹ ਸਾਡੇ ਨਾਲ ਸਾਂਝੀ ਕਰ ਸਕਦੇ ਹੋ। ਕਿਸ ਤਰ੍ਹਾਂ ਦੀ ਲੱਗੀ ਇੰਟਰਵਿਊ ਜ਼ਰੂਰ ਦੱਸਿਓ। ਸੋ ਫਿਲਹਾਲ ਸਾਨੂੰ ਦਿਓ ਇਜਾਜ਼ਤ, ਧੰਨਵਾਦ।